ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਹਰਗੋਬਿੰਦ ਨਿਕਟ ਹਵੈ, ਧੀਰ ਮਲ ਕਰ ਬੰਦ। ਬੰਦਨ ਕਰ ਅਰਬਿੰਦ ਪਦ, ਬੈਠਿਓ ਮਾਨ ਬਿਲੰਦ। ਸ਼੍ਰੀ ਹਰਗੋਬਿੰਦ ਨਿਕਟ ਹਵੈ, ਧੀਰ ਮਲ ਕਰ ਬੰਦ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪ੍ਰਵੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ। ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਸਭਨਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਆਓ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਾ ਸਰੀਰ ਤਿਆਗਣ ਦਾ ਫੁਰਨਾ ਬਣਾਉਂਦੇ ਹਨ। ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਆਪਣੇ ਪੋਤਰੇ ਹਰ ਰਾਏ ਸਾਹਿਬ ਜੀ ਨੂੰ ਦੇਣਾ ਚਾਹੁੰਦੇ ਹਨ, ਕਿਉਂਕਿ ਇਹ ਧੁਰ ਦੀ ਦਾਤ ਹੈ। ਧੁਰ ਦਰਗਾਹ ਤੋਂ ਜਿਵੇਂ ਵਾਹਿਗੁਰੂ ਜੀ ਨੇ ਨੀਅਤ ਕੀਤਾ ਹੈ, ਉਸੇ ਨੂੰ ਹੀ ਇਹ ਦਾਤ ਪ੍ਰਾਪਤ ਹੋਣੀ ਹੈ। ਆਪਨ ਬਾਪੇ ਨਾਹੀਂ ਕਿਸੀ ਕੋ, ਭਾਵਨ ਕੋ ਹਰ ਰਾਜਾ। ਪਰਮੇਸ਼ਰ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ ਵੀ ਪਿਤਾ ਨੂੰ ਵੀ ਮਿਲਿਆ ਤੇ ਅੱਗੋਂ ਪੁੱਤਰ ਨੂੰ ਮਿਲੇਗਾ, ਨਹੀਂ। ਜਿਹੜਾ ਭਾਵਨਾ ਰੱਖਦਾ ਹੈ ਪਰਮੇਸ਼ਰ ਜੀ, ਉਸ ਦੇ ਪਾਸ ਆਉਂਦੇ ਹਨ। ਪਰਮੇਸ਼ਰ ਜੀ ਦਾ ਵੀ ਇਹ ਸੁਭਾਅ ਹੈ, ਅਵਤਾਰੀ ਪੁਰਸ਼ਾਂ ਦਾ ਵੀ ਇਹ ਸੁਭਾਅ ਹੈ, ਉਹ ਭਾਵਨਾ ਨੂੰ ਦੇਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਧ ਸੰਗਤ ਜੀ ਬਿਦਰ ਦਾ ਜ਼ਿਕਰ ਆਇਆ ਹੈ, ਦੁਰਯੋਧਨ ਦਾ ਜ਼ਿਕਰ ਆਇਆ ਹੈ, ਅਤੇ ਸਮੇਂ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਉਹ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਜੈਸੇ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ।
ਬਿਦਰ ਦੀ ਸ਼ਰਧਾ, ਬਿਦਰ ਦਾ ਪ੍ਰੇਮ ਦੇਖ ਕੇ ਉਹਦੇ ਘਰ ਗਏ ਆ। ਦੁਰਯੋਧਨ ਨੂੰ ਕਿਹਾ ਸੀ, ਰਾਜਨ ਕੌਣ ਤੁਮਾਰਾ ਆਵੈ, ਕੌਣ ਹੈ ਜਿਹੜਾ ਤੇਰੇ ਵੱਲ ਆਏਗਾ, ਕਿਉਂਕਿ ਤੇਰੇ ਅੰਦਰ ਭਾਵਨਾ ਨਹੀਂ ਹੈ, ਸ਼ਰਧਾ ਨਹੀਂ ਹੈ। ਪਰਮੇਸ਼ਰ ਜੀ ਪ੍ਰੇਮ ਦੇ ਭੁੱਖੇ ਹਨ। ਗੋਬਿੰਦ ਭਾਉ ਭਗਤ ਦਾ ਭੁੱਖਾ। ਸੋ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦਾ ਫੁਰਨਾ ਬਣਾਇਆ। ਕੋਈ ਪਿੱਛੋਂ ਲੜਾਈ ਝਗੜਾ ਬਖੇੜਾ ਨਾ ਕਰੇ, ਇਸ ਕਰਕੇ ਮਹਾਰਾਜ ਨੇ ਫੁਰਨਾ ਬਣਾਇਆ ਵੀ ਆਪਣੇ ਹੁੰਦੇ ਹੀ ਸਾਰਾ ਕੁਝ ਕਰ ਦਈਏ, ਝਗੜਾ ਮੁੱਕ ਜਾਏਗਾ। ਹਜੂਰ ਮਹਾਰਾਜ ਆਪ ਹੁਕਮਨਾਮੇ ਲਿਖ ਕੇ ਬੇਅੰਤ ਸੰਗਤਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਦਿਆ। ਗੁਰੂ ਪੰਥ ਦੀਆਂ ਸਾਰੀਆਂ ਸੰਗਤਾਂ ਨੂੰ ਮਹਾਰਾਜ ਨੇ ਕੀਰਤਪੁਰ ਸਾਹਿਬ ਸੱਦਾ ਭੇਜਿਆ। ਲਾਹੌਰ ਤੋਂ, ਪਿਸ਼ੌਰ ਤੋਂ, ਕਲਾਨੌਰ ਤੋਂ, ਮੁਲਤਾਨ ਤੋਂ, ਢਾਕੇ ਤੋਂ, ਬੰਗਾਲ ਤੋਂ, ਕਸ਼ਮੀਰ ਤੋਂ, ਹਿਮਾਚਲ ਤੋਂ, ਅਰੁਣਾਚਲ ਚੋਂ, ਉਜੈਨ ਚੋਂ, ਬੜੇ ਦੇਸ਼ਾਂ ਦੇ ਵਿੱਚੋਂ, ਭਾਵ ਰਾਜਾਂ ਦੇ ਵਿੱਚੋਂ ਗੁਰੂ ਕੀਆਂ ਸੰਗਤਾਂ ਕੀਰਤਪੁਰ ਸਾਹਿਬ ਪਹੁੰਚ ਰਹੀਆਂ ਹਨ। ਸੰਗਤਾਂ ਦੂਰੋਂ ਆਈਆਂ, ਆਪਣੇ ਸੱਚੇ ਪਾਤਸ਼ਾਹ ਆਪਣੇ ਮਾਲਕ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋ ਰਹੀਆਂ ਹਨ। ਗੁਰੂ ਕੇ ਸਿੱਖ ਕਿਆਸ ਲਾਉਂਦੇ ਹਨ ਕਿ ਮਹਾਰਾਜ ਨੇ ਸਾਨੂੰ ਕਿਉਂ ਸੱਦਿਆ। ਹੁਣ ਇੰਨਾ ਵੱਡਾ ਸਰਬੱਤ ਖਾਲਸਾ ਪੂਰਾ ਪੰਥ ਹੀ ਮਹਾਰਾਜ ਨੇ ਸੱਦਿਆ, ਪਰ ਉਸ ਪੰਥ ਨੂੰ ਸੱਦਣ ਦਾ ਕੋਈ ਕਾਰਨ ਵੀ ਤਾਂ ਹੋਣਾ ਚਾਹੀਦਾ ਹੈ ਨਾ। ਸੋ ਸੰਗਤਾਂ ਕਿਆਸ ਲਾਉਂਦੀਆਂ ਹਨ। ਸਿਆਣੇ ਗੁਰਸਿੱਖ ਆਤਮਿਕ ਅਵਸਥਾ ਵਾਲੇ, ਜਿਨ੍ਹਾਂ ਦੀ ਰੂਹ ਉੱਚੇ ਮੰਡਲਾਂ ਵਿੱਚ ਉਡਾਰੀਆਂ ਮਾਰਦੀ ਹੈ, ਉਹਨਾਂ ਨੂੰ ਪਤਾ ਹੈ ਵੀ ਮਹਾਰਾਜ ਨੇ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣੀ ਹੈ। ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੇ ਫੁਰਨੇ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਇੱਥੇ ਸਾਨੂੰ ਸਾਰਿਆਂ ਨੂੰ ਸੱਦਿਆ ਹੈ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਪ੍ਰਸੰਗ ਵਿਚਾਰ ਸਰਵਣ ਕਰਾਂਗੇ। ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਹਰਗੋਬਿੰਦ ਨਿਕਟ ਹਵੈ, ਧੀਰ ਮਲ ਕਰ ਬੰਦ। ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਗਰੀਬ ਨਵਾਜ ਕੀਰਤਪੁਰ ਸਾਹਿਬ ਸੱਜੇ ਆ। ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਬਾਬਾ ਧੀਰ ਮਲ ਜੀ ਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ। ਬਾਬਾ ਜੀ ਨੂੰ ਸੱਦਾ ਭੇਜਿਆ। ਪਹਿਲਾਂ ਤੇ ਬਾਬਾ ਧੀਰ ਮਲ ਜੀ ਨਾ ਨੁੱਕਰ ਹੀ ਕਰਦੇ ਰਹੇ ਆ, ਪਰ ਬਾਅਦ ਵਿੱਚ ਮਾਤਾ ਜੀ ਦੇ ਸਮਝਾਉਣ ਤੇ ਬਾਬਾ ਧੀਰ ਮਲ ਜੀ ਆਏ ਹਨ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਨੇੜੇ ਹੋ ਕੇ ਬਾਬਾ ਧੀਰ ਮਲ ਜੀ ਆ ਕੇ ਬੈਠੇ ਆ। ਤੇ ਹੈ ਤਾਂ ਮਹਾਰਾਜ ਦੇ ਪੋਤਰੇ ਆ, ਪਰ ਐਡਵਾਂਸ ਜ਼ਿਆਦਾ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਐਡਵਾਂਸ ਜ਼ਿਆਦਾ ਇਸ ਤਰ੍ਹਾਂ ਨੇ ਕਿ ਉਮਰ ਤੋਂ ਵੱਧ ਨੇ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਆ ਕੇ ਮੱਥਾ ਟੇਕ ਕੇ ਬੈਠ ਗਏ। ਬੰਦਨ ਕਰ ਅਰਬਿੰਦ ਪਦ, ਬੈਠਿਓ ਮਾਨ ਬਿਲੰਦ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕਿਆ ਜੀ। ਨੇੜੇ ਹੋ ਕੇ ਬਾਬਾ ਧੀਰ ਮਲ ਜੀ ਬੈਠ ਗਏ ਤੇ ਸਾਧ ਸੰਗਤ ਜੀ ਬੈਠੇ ਤੇ ਨੇੜੇ ਹੋ ਕੇ ਆ, ਮੱਥਾ ਵੀ ਟੇਕਿਆ, ਪਰ ਹਿਰਦੇ 'ਚ ਮਾਣ ਬਹੁਤ ਜ਼ਿਆਦਾ ਹੈ, ਹੰਕਾਰ ਬਹੁਤ ਜ਼ਿਆਦਾ ਹੈ ਵੀ ਮੈਂ ਗੁਰਤਾ ਗੱਦੀ ਲੈਣੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਵੀ ਆਪੇ ਹੀ ਆਪਣੀ ਵਡਿਆਈ ਬਾਰੇ ਬਾਬਾ ਧੀਰ ਮਲ ਜੀ ਸੋਚੀ ਜਾਂਦੇ ਆ, ਆਪੇ ਹੀ ਵਡਿਆਈ ਬਾਰੇ ਸੋਚੀ ਜਾਂਦੇ ਆ। ਬੰਦਨ ਕਰ ਅਰਬਿੰਦ ਪਦ, ਬੈਠਿਓ ਮਾਨ ਬਿਲੰਦ। ਬੜੇ ਮਾਣ ਦੇ ਵਿੱਚ ਬਾਬਾ ਧੀਰ ਮਲ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ। ਚੌਪਈ। ਸਤਿਗੁਰ ਕਹਿਓ ਕੁਸ਼ਲ ਸੋ ਅਹੈ। ਹੁਣ ਮਹਾਰਾਜ ਤੇ ਗਰੀਬ ਨਵਾਜ ਨੇ, ਦਿਆਲੂ ਨੇ। ਸੱਚੇ ਪਾਤਸ਼ਾਹ ਨੇ ਧੀਰ ਮਲ ਜੀ ਨੂੰ ਪੁੱਛਿਆ ਵੀ ਠੀਕ ਠਾਕ ਹੋ, ਰਾਜੀ ਖੁਸ਼ੀ ਹੋ? ਪੁਰ ਕਰਤਾਰ ਰਹਿਣ ਸ਼ੁਭ ਚਾਹੈ। ਮਹਾਰਾਜ ਕਹਿਣ ਲੱਗੇ ਵੀ ਕਰਤਾਰਪੁਰ ਸਾਹਿਬ 'ਚ ਰਹਿਣਾ ਪਸੰਦ ਕੀਤਾ ਤੁਸਾਂ, ਫਿਰ ਸਾਡੇ ਨਾਲ ਤੁਸੀਂ ਆਏ ਹੀ ਨਹੀਂ। ਹੱਥ ਜੋੜ ਕਰ ਗਿਰਾ ਬਖਾਨੀ। ਤੇ ਧੀਰ ਮਲ ਜੀ ਨਾ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗੇ, ਵੇਖਿਓ ਬੇਨਤੀ ਧਿਆਨ ਨਾਲ ਸੁਣਿਓ, ਅੰਦਰੋਂ ਨਹੀਂ ਧੀਰ ਮਲ ਜੀ ਹੱਥ ਜੋੜਨ ਦੇ,
ਬਾਹਰੋਂ ਉੱਤੋਂ ਐਕਟਿੰਗ ਪੂਰੀ ਕਰ ਰਹੇ ਆ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਤੁਮਰੇ ਪੁਰ ਕੀ ਰੱਛਾ ਠਾਨੀ। ਮਹਾਰਾਜ ਮੈਂ ਤੇ ਤੁਹਾਡੇ ਨਗਰ ਦੀ ਰੱਖਿਆ ਕਰਨੇ ਆ। ਦੱਸੋ, ਨਗਰ ਗੁਰੂ ਸਾਹਿਬ ਦਾ ਤੇ ਰੱਖਿਆ ਧੀਰਮਲ ਜੀ ਨੇ ਕਰਨੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਨਗਰ ਜਿਹਦਾ ਹੈਗਾ ਰੱਖਿਆ ਵੀ ਉਹਨਾਂ ਨੇ ਆਪੇ ਹੀ ਕਰ ਲੈਣੀ ਹੈ। ਪਰ ਧੀਰਮਲ ਜੀ ਕਹਿੰਦੇ ਮਹਾਰਾਜ ਮੈਂ ਤੇ ਤੁਹਾਡੇ ਨਗਰ ਦੀ ਰੱਖਿਆ ਕਰਨੇ ਆ। ਕਰ ਕੈ ਸੰਧ ਸ਼ਾਹੋ ਕੈ ਸੰਗ। ਬਾਦਸ਼ਾਹ ਦੇ ਨਾਲ ਸਲਾਹ ਕਰਕੇ ਨਾ, ਬਾਦਸ਼ਾਹ ਨਾਲ ਮੈਂ ਸੰਧੀ ਕੀਤੀ ਹੈ। ਹਾਂਜੀ, ਰਿਸ ਨਿਵਾਰ ਕਰ ਰਾਖਿਓ ਰੰਗ। ਤੇ ਮਹਾਰਾਜ ਮੈਂ ਤੇ ਬਾਦਸ਼ਾਹ ਦਾ ਗੁੱਸਾ ਵੀ ਦੂਰ ਕਰ ਦਿੱਤਾ, ਬਾਦਸ਼ਾਹ ਨੂੰ ਸ਼ਾਂਤ ਕਰਤਾ। ਹੁਣ ਬਾਦਸ਼ਾਹ ਨੂੰ ਤੇ ਮਹਾਰਾਜ ਨੇ ਅੰਦਰੋਂ ਸ਼ਾਂਤ ਕੀਤਾ। ਪਰ ਧੀਰਮਲ ਜੀ ਆਪਣੇ ਆਪ ਦਾ ਹੀ ਕ੍ਰੈਡਿਟ ਆਪਣੇ ਆਪ ਨੂੰ ਹੀ ਦੇਈ ਜਾਂਦੇ ਆ। ਹਾਂਜੀ, ਸੁਨਤ ਕਪਟ ਕੀ ਬਾਤ ਬਡੇਰੀ। ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਜਾਣ ਲਿਆ ਵੀ ਇਹ ਝੂਠ ਤੂਫਾਨ ਹੀ ਹੈ। ਆਖੋ ਵਾਹਿਗੁਰੂ। ਵਾਹ। ਵੀ ਕਪਟ ਕਰਨ ਰਹੇ ਆ, ਝੂਠ ਬੋਲ ਰਹੇ ਆ। ਆਛੋ ਕਰਿਓ ਕਹਿਓ ਤਿਸ ਬੇਰੀ। ਪਰ ਧੰਨ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕੁਝ ਨਹੀਂ ਉਹਨੂੰ ਜੀ, ਕਿਹਾ ਨਹੀਂ ਕੁਝ। ਸਤਿਗੁਰੂ ਸਦਾ ਦਇਆਲ ਹੈ ਭਾਈ, ਮਹਾਰਾਜ ਦਿਆਲੂ ਕਿਰਪਾਲੂ ਨੇ। ਸੱਚੇ ਪਾਤਸ਼ਾਹ ਨੇ ਕਿਹਾ ਕੁਝ ਨਹੀਂ। ਪਤਾ ਵੀ ਹੈ ਵੀ ਸਭ ਕੁਝ ਝੂਠ ਹੈ, ਪਰ ਮਹਾਂਪੁਰਖ ਰੱਬ ਦੇ ਪਿਆਰੇ ਸਤਿਗੁਰੂ ਜੀ ਪਰਦਾ ਰੱਖਦੇ ਨੇ ਵੀ ਇਹਦਾ ਪਰਦਾ ਬਣਿਆ ਰਵੇ। ਮਹਾਰਾਜ ਕਹਿੰਦੇ ਚੰਗਾ ਕੀਤਾ। ਹਾਂਜੀ, ਡੇਰਾ ਕਰ ਤਬ ਨਿਸਾ ਬਿਤਾਈ। ਉੱਥੇ ਫਿਰ ਡੇਰਾ ਕੀਤਾ ਧੀਰਮਲ ਜੀ, ਉੱਥੇ ਹੀ ਰਹਿਣਾ ਸੀਗਾ ਆਪਣੇ ਦਾਦਾ ਜੀ ਦੇ ਕੋਲ ਹੀ। ਰਾਤ ਬਤੀਤ ਕੀਤੀ। ਹੁਤੋ ਫਾਗ ਹੋਰੀ ਨਿਜਰਾਈ। ਤੇ ਫਿਰ ਫੱਗਣ ਦਾ ਮਹੀਨਾ ਸੀਗਾ, ਹੋਲੀ ਦੇ ਦਿਨ ਨੇੜੇ ਆਉਣ ਲੱਗ ਪਏ ਜੀ, ਹੋਲੀ ਦੇ। ਹਾਂਜੀ, ਨੇਰੇ ਪੁਰ ਗ੍ਰਾਮਨ ਕੋ ਮੇਲਾ। ਲਾਗੇ ਪਿੰਡਾਂ ਦੇ ਲੋਕ ਜਿਹੜੇ ਸਨ, ਨਗਰਾਂ ਦੇ ਲੋਕ ਜਿਹੜੇ ਸਨ, ਉਹ ਸਾਰੇ ਹੋਲੀ ਗੁਰੂ ਘਰ ਜਾ ਕੇ ਖੇਡਦੇ ਹੁੰਦੇ ਸੀਗੇ। ਆਖੋ ਵਾਹਿਗੁਰੂ। ਵਾਹ। ਹੁਣ ਸਾਡੇ ਗਿਆਨੀਆਂ ਨੇ ਤੰਗ ਦਿਲੀ ਰੱਖ ਦਿੱਤੀ। ਸਿੱਖ ਇਹ ਵੀ ਨਹੀਂ ਕਰ ਸਕਦੇ, ਸਿੱਖ ਇਹ ਵੀ ਨਹੀਂ ਕਰ ਸਕਦੇ। ਇਹ ਤੰਗ ਦਿਲੀ ਹੈ, ਤੰਗ ਦਿਲੀ ਹੈ ਸਾਧ ਸੰਗਤ ਜੀ। ਗੁਰੂ ਘਰ ਵਿੱਚ ਪ੍ਰੇਮ ਵੱਡਾ ਹੈ, ਪ੍ਰੇਮ ਨਾਲ ਕੋਈ ਕੁਝ ਵੀ ਕਰੇ ਜੀ। ਹਾਂਜੀ, ਆਇਓ ਦਰਸ਼ਨ ਕਰਨ ਸੁਹੇਲਾ। ਬਹੁਤ ਸਾਰੀਆਂ ਲਾਗੇ ਲਾਗੇ ਪਿੰਡਾਂ ਦੀਆਂ ਸੰਗਤਾਂ ਹੋਲੀ ਦਾ ਸਮਾਂ ਜਾਣ ਕੇ ਵੀ ਹੋਲੀ ਆਈ ਹੈ, ਗੁਰੂ ਸਾਹਿਬ ਜੀ ਦੇ ਚਰਨਾਂ ਚ ਆਏ ਜੀ। ਸਾਰੇ ਦਿਨ ਤਿਉਹਾਰ ਤੇ ਮਨਾਉਣੇ ਹੀ ਮਹਾਰਾਜ ਦੇ ਚਰਨਾਂ ਚ ਚਾਹੀਦੇ ਆ। ਗੁਰ ਕੀ ਕਾਰ ਕਿਤਕ ਲੈ ਆਏ। ਕੁਝ ਗੁਰੂ ਸਾਹਿਬ ਵਾਸਤੇ ਭੇਟਾ ਵੀ ਲੈ ਕੇ ਆਏ। ਉਤੋਂ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਆਈਆਂ ਹੋਈਆਂ ਸਨ ਸਾਰੀਆਂ। ਢਿੱਗ ਢਿੱਗ ਕੋ ਮੇਲਾ ਸਮੁਦਾਏ। ਤੇ ਨੇੜੇ ਨੇੜੇ ਹੋ ਕੇ ਸਾਰੇ ਨਾ ਮੇਲੇ ਦੀ ਤਿਆਰੀ ਕਰਦੇ ਆ ਵੀ ਮੇਲਾ ਕਰਨਾ ਆਪਾਂ ਹੋਲੀ ਦੇ ਉੱਤੇ। ਹਾਂਜੀ, ਖੇਲਤ ਫਾਗ ਸੰਗਤਾਂ ਸਾਰੀ। ਸੋ ਸਾਰੀਆਂ ਸੰਗਤਾਂ ਫਾਗ ਭਾਵ ਹੋਲੀ ਖੇਡਦੀਆਂ। ਬਾਣੀ ਵਿੱਚ ਮਹਾਰਾਜ ਜ਼ਿਕਰ ਕਰਦੇ, ਹੋਲੀ ਕੀਨੀ ਸੰਤ ਸੇਵ। ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਹਾਂਜੀ, ਰੰਗ ਗੁਲਾਲ ਅੰਬੀਰਨ ਡਾਰੀ। ਸੋ ਬੜੇ ਤਰ੍ਹਾਂ ਦੇ ਰੰਗ ਗੁਲਾਲ ਖੁਸ਼ਬੂਦਾਰ ਇੱਕ ਦੂਜੇ ਦੇ ਉੱਤੇ ਸੰਗਤਾਂ ਨੇ ਪਾਇਆ ਜੀ। ਅਸੀਂ 3-4 ਸਾਲਾਂ ਦੀ ਗੱਲ ਹੈ, ਹੋਲੇ ਮਹੱਲੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਉੱਥੇ ਕਥਾ ਵਿਚਾਰ ਸੀਗੀ। ਤੇ ਸਵੇਰੇ ਕਥਾ ਸੀਗੀ, ਦਿਨੇ ਮਹੱਲਾ ਸੀ, ਤੇ ਮਹੱਲੇ 'ਚ ਸਿੰਘਾਂ ਨੇ ਰੰਗ ਪਾਤਾ ਜੀ। ਤੇ ਜਦੋਂ ਰੰਗ ਪਾਇਆ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਤਖਤ ਸਾਹਿਬ ਵਿਖੇ ਸ਼ਸਤਰ ਦਰਸ਼ਨ ਕਰਾਉਂਦੇ ਜੀ। ਅਸੀਂ ਸ਼ਸਤਰ ਦਰਸ਼ਨ ਕਰਨ ਗਏ ਤੇ ਰੰਗ ਪਾਇਆ ਸੀ ਸਿੰਘਾਂ ਨੇ, ਤੇ ਮੇਰੇ ਦਸਤਾਰੇ ਤੇ ਰੰਗ ਲੱਗਾ ਸੀਗਾ। ਉਹ ਇੱਕ ਤਰਕੀ ਮੇਰਾ ਮਗਰ ਪਿੱਛਾ ਕਰਦੇ ਕਰਦੇ ਨਾ, ਜਿੱਥੇ ਕਮਰੇ 'ਚ ਕਮਰਾ ਮਿਲਿਆ ਸੀਗਾ, ਜਿੱਥੇ ਕਮਰਾ, ਉੱਥੇ ਕਮਰੇ 'ਚ ਪਹੁੰਚ ਗਿਆ। ਤੇ ਬੜਾ ਕਵੇ ਜੀ ਤੁਸੀਂ ਰੰਗ ਲਾਇਆ, ਤੁਸੀਂ ਗਿਆਨੀ 'ਚ, ਤੁਸੀਂ ਕਥਾਵਾਚਕ 'ਚ ਤੁਸੀਂ ਰੰਗ ਲਾਇਆ। ਮਤਲਬ ਕਈਆਂ ਦਾ ਐਵੇਂ ਹੀ ਸਿਰ ਦੁਖਦਾ ਰਹਿੰਦਾ ਹੈ,
ਐਵੇਂ ਹੀ ਤੁਸੀਂ ਸੁਣਿਆ, ਰੰਗ ਗੁਲਾਲ ਅੰਬੀਰਨ ਡਾਰੀ। ਸੰਗਤਾਂ ਜਿਹੜੀਆਂ ਨੇ ਉਹ ਗੁਲਾਲ ਪਾਉਂਦੀਆਂ ਨੇ, ਰੰਗ ਪਾਉਂਦੀਆਂ ਨੇ। ਹਾਂਜੀ, ਗਾਵਹਿ ਸ਼ਬਦ ਆਨੰਦ ਬਿਲੰਦੈ। ਫਿਰ ਸ਼ਬਦ ਵੀ ਗਾਉਂਦੇ ਆ, ਗੁਰਬਾਣੀ ਪੜ੍ਹਦੇ ਆ। ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ ਸੰਤ ਸੇਵ, ਹੋਲੀ ਕੀਨੀ। ਰੰਗ ਲਾਗਾ ਅਤ ਲਾਲ ਦੇਵ, ਰੰਗ ਲਾਗਾ ਅਤ ਲਾਲ ਦੇਵ, ਰੰਗ ਲਾਗਾ ਅਤ ਲਾਲ ਦੇਵ, ਰੰਗ ਲਾਗਾ ਅਤ ਲਾਲ। ਸੋ ਸੰਗਤਾਂ ਬੜੇ ਪਿਆਰ ਨਾਲ ਸ਼ਬਦ ਪੜ੍ਹਦੀਆਂ ਬਾਣੀ ਦੇ। ਹਾਂਜੀ, ਸਤਿਗੁਰ ਕੋ ਸਥਾਨ ਦਰ ਬੰਦੈ। ਫਿਰ ਪੜਿਓ, ਸਤਿਗੁਰ ਕੋ ਸਥਾਨ ਦਰ ਬੰਦੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ, ਨਿੱਜੀ ਅਸਥਾਨ ਦਾ ਦਰਵਾਜ਼ਾ ਜਿਹੜਾ ਸੀ ਉਹ ਉਸ ਸਮੇਂ ਭਿੜਿਆ ਹੋਇਆ ਸੀ। ਸ੍ਰੀ ਹਰਗੋਬਿੰਦ ਆਗਿਆ ਦੀਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ। ਪੂਰਨਮਾਸ਼ੀ ਮਹਿ ਦਿਨ ਤੀਨ। ਮਹਾਰਾਜ ਕਹਿੰਦੇ ਪਿਆਰਿਓ, ਪੁੰਨਿਆਂ ਨੂੰ 3 ਦਿਨ ਰਹਿ ਗਏ ਆ, ਪੂਰਨਮਾਸ਼ੀ ਨੂੰ 3 ਦਿਨ ਰਹਿ ਗਏ ਨੇ। ਹਾਂਜੀ, ਤਿਸ ਦਿਨ ਹੋਇ ਹੈ ਦਰਸ ਹਮਾਰਾ। ਉਸ ਦਿਨ ਦਰਸ਼ਨ ਦਿਆਂਗੇ। ਆਖੋ ਵਾਹਿਗੁਰੂ। ਵਾਹਿਗੁਰੂ। 3 ਦਿਨ ਮਹਾਰਾਜ ਗੁਪਤ ਹੀ ਰਹੇ ਜੀ, 3 ਦਿਨ ਗੁਪਤ ਰਹੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ। ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਜੀ। ਇਤਨੈ ਕਰਹੁ ਮੰਗਲਾਚਾਰਾ। ਮਹਾਰਾਜ ਕਹਿੰਦੇ ਤੁਸੀਂ ਉਹਨੇ ਦਿਨ ਮੰਗਲਾਚਾਰ ਕਰੋ, ਬਾਣੀ ਪੜੋ, ਕੀਰਤਨ ਕਰੋ, ਕਥਾ ਸੁਣੋ, ਪਰਮੇਸ਼ਰ ਦਾ ਨਾਮ ਜਪੋ। 3 ਦਿਨਾਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਦਿਆਂਗੇ। ਹਾਂਜੀ, ਏਕਮ ਦੂਜ ਰਹਿ ਪੁੰਨ ਮੇਲਾ। ਸਦਨ ਜਾਏ ਸਭ ਫੇਰ ਸੁਹੇਲਾ। ਸੋ ਏਕਮ ਦੂਜ ਤੱਕ ਫਿਰ ਮੇਲਾ ਰਹੇਗਾ। ਮਹਾਰਾਜ ਕਹਿਣ ਲੱਗੇ ਫਿਰ ਆਪਣੇ ਘਰਾਂ ਨੂੰ ਜਾਇਓ। ਹਾਂਜੀ, ਅਸਲ ਦੇ ਵਿੱਚ ਗੁਰਤਾ ਗੱਦੀ ਦੇਣੀ ਸੀ ਮਹਾਰਾਜ ਨੇ, ਤੇ ਕੁਝ ਸਮਾਂ ਗੁਰੂ ਸਾਹਿਬ ਗੁਪਤ ਰਹਿਣਾ ਚਾਹੁੰਦੇ ਸੀਗੇ ਜੀ। ਹਾਂਜੀ, ਨਿਕਟ ਦੂਰ ਕੇ ਸਭ ਨਰ ਰੋਕੇ। ਸੁਨਤ ਮੁਦਦ ਗੁਰ ਚਹਤ ਬਿਲੋਕੇ। ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਕੋਈ ਵੀ ਸਿੱਖ ਸਾਡੀ ਆਗਿਆ ਤੋਂ ਬਗੈਰ ਕੀਰਤਪੁਰ ਤੋਂ ਬਾਹਰ ਨਹੀਂ ਜਾਏਗਾ, ਸਾਰਿਆਂ ਇੱਥੇ ਹੀ ਰਹਿਣਾ। ਸਾਰੀਆਂ ਸੰਗਤਾਂ ਸਤਿਗੁਰੂ ਜੀ ਨੇ ਰੋਕ ਦਿੱਤੀਆਂ। ਆਪ ਮਹਾਰਾਜ ਇੱਕ ਕਮਰੇ 'ਚ ਚਲੇ ਗਏ, ਆਪਣੇ ਆਸਣ ਤੇ ਚਲੇ ਗਏ। 3 ਦਿਨ ਗੁਪਤ ਰਹੇ ਸੱਚੇ ਪਾਤਸ਼ਾਹ। ਸੰਗਤਾਂ ਨੂੰ ਕਿਹਾ ਕਥਾ ਕੀਰਤਨ ਆਨੰਦ ਮੰਗਲ ਕਰੋ, ਪਰ ਸਾਨੂੰ ਨਹੀਂ ਬੁਲਾਉਣਾ ਕਿਸੇ ਨੇ। ਹਾਂਜੀ, ਸੰਗਤ ਬਿਖੈ ਮੇਵਰੋ ਸਾਰੇ। ਹੁਕਮ ਗੁਰੂ ਕੋ ਊਚ ਉਚਾਰੇ। ਅਰਦਾਸੀਏ ਸਿੱਖ ਨੇ ਸਾਰੀ ਸੰਗਤ ਨੂੰ ਹੁਕਮ ਸੁਣਾ ਦਿੱਤਾ ਵੀ ਕੋਈ ਵੀ ਸਿੱਖ ਕੀਰਤਪੁਰ ਸਾਹਿਬ ਤੋਂ ਬਾਹਰ ਨਹੀਂ ਜਾਏਗਾ, ਇੱਥੇ ਹੀ ਰਹਿਣਾ, ਕੀਰਤਪੁਰ ਸਾਹਿਬ ਦੇ ਵਿੱਚ ਰਹਿਣਾ ਸਾਰਿਆਂ ਨੇ। 3 ਦਿਨ ਮਹਾਰਾਜ ਗੁਪਤ ਰਹਿਣਗੇ। ਹਾਂਜੀ, ਧੀਰ ਮਲ ਸੁਨ ਕੈ ਚਿਤਵੰਤਾ। ਹੁਣ ਧੀਰ ਮੱਲ ਨੂੰ ਚਿੰਤਾ ਲੱਗ ਗਈ ਜੀ, ਬਾਬੇ ਧੀਰ ਮੱਲ ਹੋਣਾ ਨੂੰ। ਰੁਖ ਨਹਿ ਕਰਹਿ ਗੁਰੂ ਭਗਵੰਤਾ। ਉਹ ਇਹ ਗੱਲ ਤੋਂ ਦੁਖੀ ਨੇ ਕਿ ਗੁਰੂ ਸਾਹਿਬ ਮੈਨੂੰ ਲਾਗੇ ਨਹੀਂ ਬਿਠਾਉਂਦੇ, ਮੈਨੂੰ ਪ੍ਰੇਮ ਨਹੀਂ ਕਰਦੇ, ਮੇਰੇ ਵੱਲ ਰੁਖ ਨਹੀਂ ਰੱਖਦੇ ਆਪਣਾ। ਕਿਸੂ ਪੁੱਤਰ ਕੋ ਗੁਰਤਾ ਦੈ ਹੈ। ਇਹ ਨਾ ਹੋਵੇ ਵੀ ਗੁਰਤਾ ਗੱਦੀ ਕਿਸੇ ਪੁੱਤਰ ਨੂੰ ਦੇ ਦੇਣ। ਖੇਡ ਤੇ ਵਡਿਆਈ ਭਾਲਣ ਦੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਗੁਰਤਾ ਗੱਦੀ ਮਹਾਰਾਜ ਕਿਸੇ ਪੁੱਤਰ ਨੂੰ ਨਾ ਦੇ ਦੇਣ। ਹਾਂਜੀ, ਕੈ ਮਮ ਅਨੁਜ ਮਹਾਪਦ ਪੈ ਹੈ। ਤੇ ਕਿਤੇ ਮੇਰੇ ਛੋਟੇ ਭਰਾ ਨੂੰ ਹੀ ਗੁਰਤਾ ਗੱਦੀ ਨਾ ਦੇ ਦੇਣ। ਇਹ ਗੱਲ ਦੀ ਬੜੀ ਚਿੰਤਾ ਲੱਗ ਗਈ ਜੀ ਬਾਬਾ ਧੀਰ ਮੱਲ ਜੀ ਨੂੰ। ਹਾਂਜੀ, ਕਾਹੇ ਮਾਤ ਕੇ ਮੈਂ ਚੱਲ ਆਇਓ। ਤੇ ਫਿਰ ਆਪਣੀ ਮਾਤਾ ਨਾਲ ਲੜਨ ਲੱਗ ਪਏ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਮਾਂ ਮੈਂ ਕਿਉਂ ਇੱਥੇ ਆਇਆ, ਐਵੇਂ ਹੀ ਤੁਹਾਡੀ ਗੱਲ ਮੰਨ ਲਈ ਮੈਂ। ਸੰਗਤ ਬਿਖੈ ਅਨਾਦਰ ਪਾਇਓ। ਵੇਖੋ ਕੋਈ ਇੱਕ ਜਣਾ ਵੀ ਮੇਰਾ ਸਤਿਕਾਰ ਨਹੀਂ ਕਰਨ ਦਿਆ, ਮੇਰਾ ਆਦਰ ਨਹੀਂ ਕਰਨ ਦਿਆ, ਮੇਰੀ ਪੂਜਾ ਨਹੀਂ ਹੋ ਰਹੀ।
ਹਾਂਜੀ। ਪੂਜਾ ਅਲਪ ਹੋਏ ਹੈ ਮੇਰੀ। ਬਹੁਤ ਘੱਟ ਸਿੱਖ ਮੈਨੂੰ ਮੱਥਾ ਟੇਕਣ ਦੇ ਆ, ਤੇ ਮੇਰਾ ਤੇ ਸਤਿਕਾਰ ਹੀ ਨਹੀਂ ਹੈਗਾ ਇੱਥੇ ਆ ਕੇ। ਹਾਂਜੀ। ਐਸੀ ਰੀਤ ਲੇਹ ਜਬ ਹੇਰੀ। ਹਾਂਜੀ। ਗੁਰਤਾ ਦੇਹ ਤਾਂ ਮਮ ਰਹਿ ਆਵੈ। ਹੁਣ ਤੇ ਮੇਰੀ ਇੱਜ਼ਤ ਤਾਂ ਬਚਦੀ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਗੁਰਤਾ ਗੱਦੀ ਦੇਣ। ਆਖੋ ਵਾਹਿਗੁਰੂ। ਤੇ ਜਿਹਨੂੰ ਗੁਰਤਾ ਗੱਦੀ ਦੇਣੀ ਹੈ ਨਾ, ਸਾਧ ਸੰਗਤ ਜੀ, ਉਹਨਾਂ ਦਾ ਫੁਰਨਾ ਵੀ ਨਹੀਂ ਹੈਗਾ ਗੁਰਤਾ ਗੱਦੀ ਤੇ ਬੈਠਣ ਦਾ ਜੀ। ਤੇ ਜਿਹਨੂੰ ਨਹੀਂ ਦੇਣੀ, ਤਿਆਰੀ ਕਰੀ ਬੈਠੇ ਨੇ ਵੀ ਮੈਨੂੰ ਹੀ ਮਿਲਦੀ ਯਾਰ। ਕਹਿੰਦੇ ਮਾਂ ਮੇਰੀ ਇੱਜ਼ਤ ਤੇ ਤਾਂ ਬਚਦੀ ਹੈ ਜੇ ਮਹਾਰਾਜ ਮੈਨੂੰ ਗੁਰਤਾ ਗੱਦੀ ਦੇਣ। ਦੇਨੀ ਮੋਹੂ ਕਉ ਬਨ ਆਵੈ। ਦੇਣੀ ਵੀ ਮੈਨੂੰ ਹੀ ਬਣਦੀ ਹੈ ਵੀ ਵੱਡੇ ਪੁੱਤ ਨੂੰ ਦੇਣੀ ਸੀ, ਤੇ ਵੱਡੇ ਪੁੱਤ ਦਾ ਵੱਡਾ ਪੁੱਤ ਮੈਂ। ਹਾਂਜੀ। ਵੱਡੇ ਪੁੱਤਰ ਕੋ ਪੁੱਤਰ ਵਡੇਰੋ। ਵੱਡੇ ਪੁੱਤਰ ਦਾ ਵੱਡਾ ਪੁੱਤਰ ਆ ਮੈਂ। ਹਾਂਜੀ। ਬਿਦਤ ਬਾਤ ਸਭ ਲਖੈ ਕਨੇਰੋ। ਸਾਰੇ ਸਮਝਦੇ ਆ, ਤੇ ਗੱਦੀ ਤੇ ਮਹਾਰਾਜ ਨੂੰ ਮੈਨੂੰ ਦੇਣੀ ਚਾਹੀਦੀ ਆ, ਮੇਰੀ ਤੇ ਪੂਜਾ ਹੋਣੀ ਚਾਹੀਦੀ ਆ, ਪਰ ਮੈਨੂੰ ਤੇ ਕੋਈ ਨਮਸਕਾਰ ਵੀ ਨਹੀਂ ਕਰ ਰਿਹਾ। ਹਾਂਜੀ। ਤਾਉ ਰਚੋਂ ਮੈਂ ਕੁਛ ਚਤੁਰਾਈ। ਤੇ ਫਿਰ ਜਦੋਂ ਬੰਦਾ ਹੱਥ ਪੈਰ ਮਾਰਦਾ, ਮੈਂ ਇੱਕ ਬਚਨ ਕੱਲ ਵੀ ਬੇਨਤੀ ਕੀਤੀ ਸੀ, ਗੁਰੂ ਦੀ ਕਿਰਪਾ ਚਤੁਰਾਈ ਨਾਲ ਨਹੀਂ ਮਿਲਦੀ ਜੀ। ਆਪਾਂ ਸਤਿਗੁਰੂ ਦੀ ਕਿਰਪਾ ਵੀ ਲੈਣੀ ਚਾਹੀਏ ਤੇ ਚਤੁਰਾਈ ਵੀ ਕਰੀਏ। ਨਹੀਂ ਪਿਆਰਿਓ, ਗੁਰੂ ਦੀ ਕਿਰਪਾ ਚਤੁਰਾਈ ਨਾਲ ਨਹੀਂ, ਗੁਰੂ ਦੀ ਕਿਰਪਾ ਗੁਰੂ ਦੇ ਤਰਸ ਨਾਲ ਮਿਲਦੀ ਹੈ। ਜਿਹਦੇ ਤੇ ਮੇਰੇ ਸਤਿਗੁਰੂ ਤਰਸ ਕਰ ਦੇਣ, ਕਿਰਪਾ ਕਰ ਦੇਣ। ਬਾਬਾ ਧੀਰ ਮੱਲ ਹੋਣੀ ਸੋਚਦੇ ਵੀ ਹੁਣ ਮੈਂ ਕੋਈ ਉਪਾਅ ਕਰਾਂ ਫਿਰ। ਹਾਂਜੀ। ਜਿਸ ਤੇ ਸੰਗਤ ਲਖੈ ਵਡਾਈ। ਸੰਗਤ ਸਮਝੇ ਵੀ ਧੀਰ ਮੱਲ ਵੱਡਾ ਹੈ, ਸੰਗਤ ਮੈਨੂੰ ਵੱਡਿਆਂ ਸਮਝੇ। ਪ੍ਰਥਮ ਪਿਤਾਮੇ ਤੇ ਪੁਜਵਾਵੋ। ਤੇ ਕਿੰਨਾ ਵਧੀਆ ਹੋਵੇ ਵੀ ਗੁਰੂ ਸਾਹਿਬ ਦੇ ਹੁੰਦਿਆਂ ਹੀ ਮੇਰੀ ਪੂਜਾ ਹੋਣੀ ਸ਼ੁਰੂ ਹੋ ਜਾਏ। ਤੇ ਜਦੋਂ ਗੁਰੂ ਸਾਹਿਬ ਦੇ ਹੁੰਦਿਆਂ ਮੇਰੀ ਪੂਜਾ ਹੋਣ ਲੱਗ ਪਈ, ਤੇ ਪਿੱਛੋਂ ਵੀ ਤੇ ਪੂਜਾ ਹੋਏਗੀ ਨਾ। ਹਾਂਜੀ। ਫਿਰ ਮੰਜੀ ਪਰ ਹੋਏ ਦਿਖਰਾਵੋ। ਮੈਂ ਮੰਜੀ ਢਾ ਕੇ ਆਪੇ ਹੀ ਬਹਿ ਜਾਣਾ, ਸਾਰਿਆਂ ਨੂੰ ਦੱਸਦਾ ਕੁਝ ਖੇਡ ਹੀ ਇਹੋ ਜਿਹੀ ਬਣਾਉਣਾ ਲੋਕ ਸਮਝਣ ਵੀ ਗੁਰੂ ਨੇ ਗੁਰਤਾ ਗੱਦੀ ਦੇਣੀ ਮੈਨੂੰ ਹੈ। ਹਾਂਜੀ। ਗੁਰੂ ਅਛਤ ਜੇ ਲਿਉ ਅਕੋਰ। ਪਿਖ ਕਰ ਸਿੱਖ ਬੰਧੈ ਕਰ ਜੋਰ। ਗੁਰ ਨਿਕਸੈਂਗੇ ਪਰਸੋਂ ਬਾਹਰ। ਮਾਤਾ ਜੀ ਕਹਿਣ ਲੱਗੇ ਪੁੱਤ ਕੀ ਕਰਨਾ, ਤੇ ਬਾਬਾ ਧੀਰ ਮੱਲ ਕਹਿੰਦੇ ਮਾਂ ਗੁਰੂ ਸਾਹਿਬ ਨੇ ਪਰਸੋਂ ਬਾਹਰ ਨਿਕਲਣਾ। ਅੱਜ ਦਾ ਦਿਨ ਪਾ ਕੇ 3 ਦਿਨ ਗੁਪਤ ਰਹਿਣਾ, ਮਹਾਰਾਜ ਨੇ ਅੰਦਰ ਹੀ ਰਹਿਣਾ। ਮੈਂ ਹੋਏ ਪ੍ਰਾਤ ਥਿਰੋਂ ਵਿੱਚ ਜ਼ਾਹਰ। ਤੇ ਪਰਸੋਂ ਤੱਕ ਮੈਂ ਗੱਦੀ ਤੇ ਬਹਿਣਾ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਜਿਵੇਂ ਖੇਡ ਹੀ ਸਮਝੀ ਹੈ, ਪਰਸੋਂ ਤੱਕ ਮੈਂ ਗੱਦੀ ਤੇ ਬਹਿ ਜਾਗਾ, ਕੋਈ ਗੱਲ ਨਹੀਂ। ਬ੍ਰਿੰਦ ਉਪਾਇਨ ਆਨੀ ਸਭ ਹੈ। ਹੇਰ ਹੇਰ ਅਰ ਪੈਂਗੇ ਤਬੈ। ਜਦੋਂ ਮੈਨੂੰ ਬੈਠਿਆਂ ਵੇਖਣਗੇ ਲੋਕ ਚੜਾਵਾ ਚੜਾਉਣਗੇ, ਮੱਥੇ ਟੇਕਣਗੇ। ਹਾਂਜੀ। ਗੁਰ ਸਮ ਬਨ ਕੈ ਦੇਉ ਦਿਖਾਈ। ਤੇ ਮੈਂ ਗੁਰੂ ਵਰਗਾ ਹੀ ਨਜ਼ਰ ਆਉਣਾ। ਚਿਹਰਾ ਮੂਰਾ ਤੇ ਉਹੋ ਜਿਹਾ ਹੀਗਾ ਜੀ, ਉਂਝ ਉਮਰ 'ਚ ਛੋਟੇ ਸਨ ਅਜੇ। ਜਿਸ ਤੇ ਮਾਨਤ ਰਹਿ ਸਦਾਈ। ਤੇ ਫਿਰ ਮੇਰੀ ਸਦਾ ਹੀ ਪੂਜਾ ਹੋਏਗੀ। ਸਾਰਿਆਂ ਕਹਿਣਾ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਵੀ ਬਾਬੇ ਧੀਰ ਮੱਲ ਦੀ ਪੂਜਾ ਹੁੰਦੀ ਸੀ, ਇਹਦਾ ਮਤਲਬ ਧੀਰ ਮੱਲ ਹੀ ਯੋਗ ਹੈਗਾ। ਹਾਂਜੀ। ਸੰਗ ਮਸੰਦਨ ਮਸਲਤ ਕੀਨ। ਹੁਣ ਆਪਣੇ ਬੰਦੇ ਤੇ ਹਰ ਇੱਕ ਨੇ ਗੰਢੇ ਹੁੰਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਪਾਰਟੀ ਤੇ ਪਾਰਟੀ ਹੈ, ਭਾਵੇਂ 2 ਜਣਿਆਂ ਦੀ ਹੋਵੇ। ਉਹਨੇ ਸਾਧ ਸੰਗਤ ਦੀ ਆਪਣੇ ਬੰਦੇ ਗੰਢੇ ਸਨ ਬਾਬੇ ਧੀਰ ਮੱਲ ਨੇ। ਕੁਛ ਮਸੰਦਾਂ ਦੇ ਨਾਲ ਮੀਟਿੰਗ ਕੀਤੀ। ਤਿਨਹੋਂ ਸਰਾਹਿਓ ਤੂੰ ਮਤ ਪੀਨ। ਉਹ ਮਸੰਦ ਕਹਿੰਦੇ ਵੀ ਬਾਬਾ ਧੀਰ ਮੱਲ ਜੀ ਠੀਕ ਹੈ, ਅਸੀਂ ਤੁਹਾਡੇ ਨਾਲ ਹੈ, ਅਸੀਂ ਤੁਹਾਡੀ ਪੂਜਾ ਕਰਾਂਗੇ। ਹਾਂਜੀ। ਸਦਾ ਸੰਗ ਤਿਸ ਕੇ ਸੋ ਰਹੈ। ਗੁਰ ਬਿਗਰਹਿ
ਤਿਮ ਹੀ ਨਿਤ ਕਹੈ। ਤੇ ਉਹ ਜਿਹੜੇ ਮਸੰਦ ਸਨ ਨਾ, ਉਹ ਸਦਾ ਹੀ ਬਾਬੇ ਧੀਰਮਲ ਦੇ ਲਾਗੇ ਲਾਗੇ ਹੀ ਰਹਿੰਦੇ ਸੀਗੇ, ਤੇ ਜਿਹਦਾ ਖਾਂਦੇ ਸਨ ਉਹੋ ਜੀ ਮੱਤ ਤੇ ਆ ਹੀ ਜਾਂਦੀ ਹੈ ਜੀ। ਲੱਖੋਂ ਸੰਗਤ ਅਬ ਚੱਲ ਆਈ। ਉਹ ਕਹਿੰਦੇ ਗੱਲ ਤਾਂ ਠੀਕ ਹੈ, ਲੱਖਾਂ ਸੰਗਤਾਂ ਕੀਰਤਪੁਰ ਸਾਹਿਬ ਚ ਆਈਆਂ ਹੋਈਆਂ ਨੇ। ਦੇਸ਼ਨ ਕੇ ਮਸੰਦ ਸਮੁਦਾਈ। ਬੜੇ ਬੜੇ ਦੇਸ਼ਾਂ ਦੇ ਮਸੰਦ ਵੀ ਇੱਥੇ ਆਏ ਹੋਏ ਆ। ਅਬ ਕੈ ਦੇਖੈ ਤੋਹੇ ਪ੍ਰਤਾਪੂ। ਹੁਣ ਸਮਾਂ ਪ੍ਰਤਾਪ ਵਿਖਾ ਦਈਏ, ਹੁਣ ਸਾਰੇ ਤੁਹਾਡਾ ਪ੍ਰਤਾਪ ਵੇਖਣਗੇ। ਪੁਨ ਹੈ ਭੇਟ ਲੈ ਪਹੁੰਚੈ ਆਪੂ। ਤੇ ਫਿਰ ਆਪੇ ਹੀ ਵੇਖਿਓ ਤੁਹਾਨੂੰ ਮੱਥਾ ਟੇਕਿਆ ਕਰਨਗੇ, ਆਪੇ ਹੀ ਭੇਟਾਵਾਂ ਆਇਆ ਕਰਨਗੀਆਂ। ਨਿਸਮੈ ਇਮ ਨਿਸ਼ਚੈ ਕਰ ਸੋਏ। ਜਾਗੇ ਸਕਲ ਪ੍ਰਾਤ ਕੇ ਹੋਏ। ਬਸ ਰਾਤ ਇਹ ਫੁਰਨਾ ਬਣਾਇਆ ਤੇ ਅਗਲੇ ਦਿਨ ਜਾਗੇ ਤੇ ਕੰਮ ਸ਼ੁਰੂ ਕੀਤਾ ਆਪਣਾ ਜੀ। ਮੁੱਠਾ ਚਮਰ ਸੇਵਕ ਦੀਨ। ਇੱਕ ਚੌਰ ਸੇਵਕ ਨੂੰ ਦਿੱਤਾ ਜੀ। ਚੇਤਾ ਰੱਖਿਓ, ਜਿਹੜਾ ਚੌਰ ਤੇ ਗੁਰੂ ਸਾਹਿਬ ਉੱਤੇ ਹੋ ਰਿਹਾ ਹੋਵੇ ਉਹ ਚੌਰ ਸਾਹਿਬ ਹੈ। ਤੇ ਐਵੇਂ ਨਹੀਂ ਕਿਸੇ ਰਾਜੇ ਦੇ ਸਿਰ ਤੇ ਵੀ ਚੌਰ ਹੋ ਰਿਹਾ ਹੋਵੇ ਤਾਂ ਉਹਨੂੰ ਚੌਰ ਸਾਹਿਬ ਕਹਿ ਦੇਣਾ। ਆਖੋ ਵਾਹਿਗੁਰੂ। ਵਾਹ। ਉਂਝ ਇਹ ਚੌਰ ਹੀ ਹੈ, ਹਾਂਜੀ ਚੌਰ ਹੀ ਹੈ। ਪਰ ਜਦੋਂ ਸਤਿਗੁਰੂ ਜੀ ਦੇ ਉੱਤੇ ਹੁੰਦਾ ਉਦੋਂ ਚੌਰ ਸਾਹਿਬ ਬਣਦਾ। ਇੱਕ ਚੌਰ ਉਹਨੇ ਆਪਣੇ ਸੇਵਕ ਨੂੰ ਫੜਾ ਦਿੱਤਾ ਜੀ, ਤੇ ਉਹ ਚੌਰ ਜਿਹੜਾ ਸੀ ਨਾ ਉਹਨੂੰ ਸੋਨੇ ਦਾ ਡੰਡਾ ਸੀ, ਹੱਥੀ ਸੋਨੇ ਦੀ ਸੀਗੀ ਜੀ। ਹਾਂਜੀ। ਵੱਡੋ ਪਖੰਡ ਰਚਨ ਤਬ ਕੀਨ। ਫੁਰਨਾ ਬਣਾਇਆ ਵੀ ਅੱਜ ਗੱਦੀ ਨਵੀਂ ਤੇ ਵੱਖਰੀ ਲਾ ਲੈਣੀ ਹੈ। ਹਾਂਜੀ। ਬੀਚ ਬਾਜ਼ਾਰ ਫਰਸ਼ ਕਰਵਾਇਓ। ਵਿਚਕਾਰ ਸੜਕ ਦੇ ਇੱਕ ਪਾਸੇ ਬੜੀ ਸੋਹਣੀ ਵਿਛਾਈ ਕਰਵਾਈ ਜੀ, ਪੰਡਾਲ ਲਾਇਆ ਜੀ ਬਾਬੇ ਧੀਰਮਲ ਹੋਣਾ ਨੇ। ਹਾਂਜੀ। ਰੰਗ ਅਨੇਕ ਵਿਸਾਲ ਸੁਹਾਇਓ। ਬੜੀਆਂ ਬੜੀਆਂ ਸੋਹਣੀਆਂ ਉਹਨਾਂ ਦੇ ਮਸੰਦਾਂ ਨੇ ਚਾਦਰਾਂ ਵਿਛਾਈਆਂ। ਹਾਂਜੀ। ਪਹਿਰਿਓ ਆਪ ਘਰੇ ਤਬ ਜਾਮਾ। ਤੇ ਬਾਬੇ ਧੀਰਮਲ ਹੋਣਾ ਨੇ ਆਪ ਗੁਰੂ ਸਾਹਿਬ ਵਰਗਾ ਇੱਕ ਸ਼ਾਹੀ ਜਾਮਾ ਪਾਇਆ ਜੀ, ਬੜਾ ਸੋਹਣਾ ਚੋਲਾ ਪਾ ਲਿਆ। ਬਹੁ ਸੂਖਮ ਦੀਰਘ ਅਬਿਰਾਮਾ। ਜਿਹੜਾ ਬੜਾ ਸੋਹਣਾ ਸੀ, ਜਿਹਦੇ ਉੱਤੇ ਕਢਾਈ ਬੜੀ ਸੋਹਣੀ ਸੀਗੀ, ਉਹ ਚੋਲਾ ਬਾਬੇ ਧੀਰਮਲ ਹੋਣਾ ਆਪਣੇ ਆਪ ਉੱਤੇ ਪਾ ਲਿਆ ਜੀ। ਕੰਚਨ ਦੰਡ ਚਮਰ ਸਿਰ ਫੇਰੈ। ਤੇ ਸੋਨੇ ਦੀ ਮੁੱਠ ਵਾਲਾ ਚੌਰ ਸਾਹਿਬ, ਭਾਵ ਚੌਰ ਸੋਨੇ ਦੀ ਮੁੱਠ ਵਾਲਾ, ਉਹ ਬਾਬੇ ਧੀਰਮਲ ਦੇ ਸਿਰ ਤੇ ਕਰਨ ਨੂੰ ਤਿਆਰ ਸੀ ਸੇਵਕ ਜੀ। ਭੂਖਨ ਪਹਿਰੇ ਦਿਪਤ ਕਨੇਰੈ। ਤੇ ਬੜੇ ਸੋਹਣੇ ਗਹਿਣੇ ਵੀ ਪਾ ਲਏ ਜੀ। ਚੇਤਾ ਰੱਖਿਓ, ਕੋਈ ਗੁਰੂ ਵਰਗੇ ਕੱਪੜੇ ਪਾ ਲੇਗਾ ਪਰ ਗੁਰੂ ਵਾਲਾ ਹਿਰਦਾ ਕਿੱਥੋਂ ਲੈ ਕੇ ਆਏਗਾ? ਗੁਰੂ ਸਾਹਿਬ ਵਰਗਾ ਹਿਰਦਾ ਕੋਈ ਕਿੱਥੋਂ ਲੈ ਕੇ ਆਏਗਾ? ਹਾਂਜੀ। ਜਿਗਾ ਆਦ ਤੇ ਸ਼ੋਭਾ ਪਾਏ। ਬੜੀ ਸੋਹਣੀ ਕਲਗੀ ਵੀ ਲਾ ਲਈ ਜੀ, ਦਸਤਾਰ ਦੇ ਉੱਤੇ ਕਲਗੀ ਸਜਾ ਲਈ। ਗਇਓ ਆਪ ਜਿਹ ਫਰਸ਼ ਕਰਾਏ। ਤੇ ਜਿੱਥੇ ਫਿਰ ਉਹ ਸੋਹਣੀ ਵਿਛਾਈ ਕੀਤੀ ਸੀ ਨਾ, ਬਾਬਾ ਧੀਰਮਲ ਪੂਰੇ ਗੁਰੂ ਸਾਹਿਬ ਵਾਲੇ ਕੱਪੜੇ ਪਾ ਕੇ ਉਸ ਜਗ੍ਹਾ ਚਲੇ ਗਏ। ਦੀਰਘ ਸੁੰਦਰ ਡਸ ਮਸਨੰਦ। ਵੱਡਾ ਪਲੰਘਾ ਡਾਇਆ ਸੀ ਉੱਥੇ ਜੀ, ਜਿਵੇਂ ਦਾ ਮਹਾਰਾਜ ਦਾ ਪਲੰਘਾ ਹੁੰਦਾ ਨਾ, ਸਤਿਗੁਰੂ ਜੀ ਵਰਗਾ ਪਲੰਘਾ ਉਸ ਪੰਡਾਲ ਵਿੱਚ ਡਾਇਆ ਹੋਇਆ ਸੀ। ਧਰਿਓ ਏਕ ਉਪਧਾਨ ਬਿਲੰਦ। ਤੇ ਵੱਡਾ ਸਰਾਣਾ ਵੀ ਰੱਖਿਆ ਸੀਗਾ ਮਗਰ ਗੋਲ ਰੰਗ ਦਾ, ਜਿਵੇਂ ਗੱਦੀ ਲੱਗਦੀ ਹੈ, ਵੱਡਾ ਸਰਾਣਾ ਰੱਖਿਆ ਸੀਗਾ ਜੀ। ਤਿਸ ਪਰ ਬੈਠਿਓ ਮੋਦ ਉਪਾਏ। ਤੇ ਬੜੀ ਖੁਸ਼ੀ ਦੇ ਨਾਲ ਵੱਡਾ ਚੋਲਾ, ਸਿਰ ਤੇ ਕਲਗੀ ਤੇ ਸੋਨੇ ਦਾ ਚੌਰ ਤੇ ਸੋਹਣਾ ਤਖਤ, ਬੜੀ ਖੁਸ਼ੀ ਦੇ ਨਾਲ ਧੀਰਮਲ ਜੀ ਉਹਦੇ ਉੱਤੇ ਆ ਕੇ ਬਹਿ ਗਏ ਜੀ। ਹਾਂਜੀ। ਚਾਹੋਂ ਦਿਸ਼ ਦਾਸ ਥਿਰੇ ਸਮੁਦਾਏ। ਚਾਰੇ ਪਾਸੇ ਸੇਵਕ ਸਨ ਜੀ। ਇਹਨੂੰ ਕਹਿੰਦੇ ਨਕਲ ਕਰਨਾ। ਹੁਣ ਆਪਣੇ ਬੰਦੇ ਆਸੇ-ਪਾਸੇ ਖਿਲਾਰ ਦਿੱਤੇ ਸੀਗੇ ਜੀ। ਹਾਂਜੀ। ਸ਼੍ਰੀ ਸਤਿਗੁਰ ਤੁਮ ਅੰਤਰ ਜਾਮੀ। ਤੇ ਕੁਲਹਾਂ ਦੇਂਦੇ ਬਾਬਲੇ। ਉਹ ਕਹਿਣ ਲੱਗੇ, ਜਿਹੜੇ ਸੇਵਕ ਸੀ ਨਾ ਝੂਠ ਬੂਠ ਦੇ,
ਉਹ ਕਹਿੰਦੇ ਬਾਬਾ ਸ਼੍ਰੀ ਗੁਰੂ ਧੀਰਮਲ ਜੀ ਤੁਸੀਂ ਤੇ ਅੰਤਰਯਾਮੀ ਹੋ। ਪਖੰਡ ਰਚਨਾ ਹੋਵੇ ਤੇ ਸਭ ਕੁਝ ਹੀ ਕਰਨਾ ਪੈਂਦਾ। ਹਾਂਜੀ, ਕਰਹਿ ਖੁਸ਼ਾਮਤ ਕਹਿ ਕਹਿ ਸੁਆਮੀ। ਤੁਸੀਂ ਤੇ ਸਾਡੇ ਮਾਲਕ ਚ, ਤੁਸੀਂ ਤਾਂ ਸਾਡੇ ਮਾਲਕ ਹੋ। ਉਹ ਇਸ ਤਰ੍ਹਾਂ ਦੀਆਂ ਖੁਸ਼ਾਮਦਾਂ ਕਰਨ ਲੱਗੇ ਜੀ, ਬੜੀਆਂ ਸਿਫਤਾਂ ਤੇ ਪਹਾੜ ਬੰਨਣ ਲੱਗ ਪਏ ਜੀ। ਚੇਤਾ ਰੱਖਿਓ, ਝੂਠੇ ਨੂੰ ਪ੍ਰਚਾਰਕ ਰੱਖਣ ਦੀ ਲੋੜ ਪੈਂਦੀ ਹੈ, ਸੱਚੇ ਦਾ ਪ੍ਰਚਾਰ ਆਪੇ ਹੀ ਹੋ ਜਾਂਦਾ ਜੀ। ਝੂਠੇ ਨੂੰ ਲੋੜ ਪੈਂਦੀ ਵੀ ਮੇਰੇ ਪ੍ਰਚਾਰਕ ਹੋਣ, ਮੇਰਾ ਪ੍ਰਚਾਰ ਕਰਨ। ਹੁਣ ਸੱਚੇ ਪਾਤਸ਼ਾਹ ਨੇ ਤਾਂ ਨਹੀਂ ਬੰਦੇ ਸਿਖਾਏ ਵੀ ਮੇਰੇ ਬਾਰੇ ਇਸ ਤਰ੍ਹਾਂ ਆਖਿਆ ਕਰੋ। ਸਿਰ ਉੱਪਰ ਚੰਦੋਆ ਬਨਿਓ। ਸਿਰ ਉੱਤੇ ਚੰਦੋਆ ਵੀ ਲਵਾਇਆ ਜੀ ਉਹਨੇ। ਰੇਸ਼ਮ ਡੋਰੇ ਚੌਂ ਦਿਸ਼ ਤਨਿਓ। ਜਿਹਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨਿਆ ਗਿਆ ਸੀ। ਵਿਚਰਤ ਇਤ ਉਤ ਸਿੱਖ ਸਮੁਦਾਏ। ਤੇ ਪੰਡਾਲ ਵਿੱਚ ਕੋਈ ਇੱਧਰ ਜਾਵੇ, ਕੋਈ ਇੱਧਰ ਜਾਵੇ, ਬੜਾ ਉੱਥੇ ਮਾਹੌਲ ਵਧੀਆ ਬਣਿਆ ਪਿਆ ਜੀ। ਕਰਿਓ ਬਿਲੋਕਨ ਮੇਲ ਜੋ ਆਏ। ਹੁਣ ਲੱਖਾਂ ਸੰਗਤਾਂ ਤੇ ਇਕੱਠੀਆਂ ਸਨ। ਹੌਲੀ ਹੌਲੀ ਸੰਗਤਾਂ 'ਚ ਰੌਲਾ ਜਿਹਾ ਪੈਣ ਲੱਗ ਪਿਆ ਵੀ ਧੀਰਮਲ ਨੇ ਗੱਦੀ ਲਾਈ ਹੈ। ਹਾਂਜੀ, ਸਿੱਖ ਓਪਰੇ ਅਰ ਅਣਜਾਣੇ। ਪਰ ਜਿਹੜੇ ਓਪਰੇ ਲੋਕ ਸਨ, ਜਿਹੜੇ ਅਣਜਾਣ ਸਨ ਕਹਿ ਲਈਏ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ, ਗੁਰ ਗੁਰ ਕਰਤ ਬੰਦਨਾ ਠਾਨੇ। ਉਹ ਤੇ ਧੀਰਮਲ ਜੀ ਨੂੰ ਗੁਰੂ ਸਮਝ ਕੇ ਹੀ ਮੱਥਾ ਟੇਕਣ ਲੱਗ ਪਏ ਵੀ ਸ਼ਾਇਦ ਮਹਾਰਾਜ ਨੇ ਗੁਰਤਾ ਗੱਦੀ ਇਹਨਾਂ ਨੂੰ ਦਿੱਤੀ ਹੈ ਤੇ ਧੀਰਮਲ ਹੋਣੀ ਸਤਵੇਂ ਗੁਰੂ ਨੇ। ਹਾਂਜੀ, ਨਿਜ ਨਿਜ ਡੇਰੇ ਮਹਿਤਬ ਜਾਏ। ਉਹ ਫਿਰ ਕੀ ਕਰਦੇ ਵੀ ਆਪਣੇ ਆਪਣੇ ਤੰਬੂਆਂ 'ਚ ਜਾਂਦੇ ਸਨ ਧੀਰਮਲ ਨੂੰ ਗੁਰੂ ਸਮਝ ਕੇ। ਕਿਤਕ ਉਪਾਇਨ ਲਿਆਏ ਧਾਏ। ਉਥੋਂ ਮਾਇਆ ਲਿਆਉਂਦੇ, ਭੇਟਾਵਾਂ ਲਿਆਉਂਦੇ ਤੇ ਧੀਰਮਲ ਦੇ ਪੈਰਾਂ 'ਚ ਰੱਖੀ ਜਾਣ। ਖਰੋ ਮੇਵਰੋ ਭਇਓ ਅਗਾਰੀ। ਜਿਸ ਤਰ੍ਹਾਂ ਸਤਿਗੁਰੂ ਜੀ ਦੇ ਸਾਹਮਣੇ ਇੱਕ ਅਰਦਾਸੀਆ ਸਿੱਖ ਖਲੋਤਾ ਹੁੰਦਾ ਨਾ, ਉਂਝ ਬਾਬੇ ਧੀਰਮਲ ਨੇ ਵੀ ਖੜਾ ਕੀਤਾ ਸੀਗਾ ਇੱਕ ਜੀ। ਲੈ ਧਨ ਕੋ ਅਰਦਾਸ ਉਚਾਰੀ। ਉਹ ਫਿਰ ਉਹ ਮਾਇਆ ਲੈ ਕੇ ਤੇ ਅਰਦਾਸ ਕਰਦਾ ਸੀ ਸਾਰਿਆਂ ਦੀ। ਹਾਂਜੀ, ਇੱਕ ਕੋ ਦੇਖ ਦੂਸਰ ਲੈ ਆਇਓ। ਤੇ ਦੁਕਾਨ ਤੇ ਸ਼ੁਰੂ ਕਰਨ ਦੀ ਲੋੜ ਹੁੰਦੀ, ਲੋਕ ਆਪੇ ਹੀ ਆ ਜਾਂਦੇ ਆ। ਆਖੋ ਵਾਹਿਗੁਰੂ। ਕਰਿਆਨੇ ਦੀ ਦੁਕਾਨ ਚੱਲੇ ਨਾ ਚੱਲੇ, ਇੱਥੋਂ ਤੱਕ ਸੁਨਿਆਰੇ ਦੀ ਵੀ ਭਾਵੇਂ ਚੱਲੇ ਨਾ ਚੱਲੇ, ਇਹੋ ਜੀ ਦੁਕਾਨ ਪਾਓ ਮਿੰਟਾਂ 'ਚ ਚੱਲੇਗੀ। ਕਿਉਂ? ਲੋਕ ਦੁਖੀ ਨੇ, ਲੋਕ ਚਾਹੁੰਦੇ ਆ ਸਾਡੇ ਕੋਲੋਂ ਕੋਈ ਪੈਸਾ ਲੈ ਲਵੇ ਤੇ ਸਾਡੇ ਦੁੱਖ ਦੂਰ ਕਰ ਦੇਵੇ। ਲੋਕ ਤੇ ਚਾਹੁੰਦੇ ਆ। ਉਹ ਇੱਕ ਨੂੰ ਵੇਖ ਕੇ ਦੂਜਾ ਆਇਆ, ਦੂਜੇ ਨੂੰ ਵੇਖ ਕੇ ਤੀਜਾ ਆਇਆ। ਬਾਬਾ ਧੀਰਮਲ ਜੀ ਕੋਲ ਤੇ ਰੌਣਕਾਂ ਲੱਗ ਗਈਆਂ ਜੀ। ਹਾਂਜੀ, ਅਰਪਹਿ ਗੁਰ ਕੇ ਸਮ ਲਖ ਪਾਇਓ। ਉਹ ਸਾਰੇ ਗੁਰੂ ਸਾਹਿਬ ਦੇ ਬਰਾਬਰ ਜਾਣ ਕੇ ਬਾਬਾ ਧੀਰਮਲ ਜੀ ਨੂੰ ਮੱਥਾ ਟੇਕਣ ਦੀ, ਭੇਟਾਵਾਂ ਰੱਖਣ। ਦੇਖਾ ਦੇਖੀ ਬਹੁ ਸਿੱਖ ਆਏ। ਹਾਂ, ਦੇਖਾ ਦੇਖੀ ਦੀ ਵੀ ਸਿੱਖੀ ਹੁੰਦੀ ਹੈ ਇੱਕ। ਵੇਖਾ ਵੇਖੀ ਬੜੇ ਆ ਗਏ, ਬੜੇ ਆ ਗਏ ਜੀ। ਅਰਪਨ ਕਰਿਓ ਦਰਬ ਸਮੁਦਾਏ। ਢੇਰ ਲੱਗ ਗਿਆ ਜੀ ਬਾਬਾ ਜੀ ਦੇ ਅੱਗੇ ਮਾਇਆ ਦਾ। ਹਾਂਜੀ, ਚਹੁ ਦਿਸ਼ ਮਹਿ ਬਹੁ ਨਰ ਪਰਵਾਰੇ। ਇੱਕ ਆਵੈ ਇੱਕ ਜਾਹੇ ਸਿਧਾਰੇ। ਵੇਂਦਿਆਂ ਵੇਂਦਿਆਂ ਲਾਈਨ ਲੱਗ ਗਈ ਮੱਥਾ ਟੇਕਣ ਵਾਲਿਆਂ ਦੀ ਬਾਬਾ ਧੀਰਮਲ ਜੀ ਅੱਗੇ। ਉਹ ਇੱਕ ਆ ਰਿਹਾ, ਇੱਕ ਜਾ ਰਿਹਾ, ਇੱਕ ਆ ਰਿਹਾ, ਇੱਕ ਜਾ ਰਿਹਾ। ਲਾਈਨ ਲੱਗ ਗਈ ਮੱਥਾ ਟੇਕਣ ਵਾਲਿਆਂ ਦੀ। ਗੁਰੂ ਮਿਹਰ ਕਰੇ। ਇੱਕ ਖਿਣ ਲਈ ਰੁਕਣ ਲੱਗਾ, ਮੈਨੂੰ ਮਾਫੀ ਦੇ ਦਿਓ। ਹੈ ਭਾਵੇਂ ਸਤਿਗੁਰੂ ਦੇ ਪੋਤਰੇ ਆ ਤੇ ਚਲੋ ਬਾਬਾ ਧੀਰਮਲ ਜੀ ਇੱਕ ਪਾਤਰ ਨੇ। ਸਿੱਖਿਆ ਸਾਨੂੰ ਦਿੱਤੀ ਮਹਾਰਾਜ ਨੇ, ਆਪਣੇ ਘਰ ਦੇ ਜੀਆਂ ਦੇ ਰਾਹੀਂ ਸਿੱਖਿਆ ਦਿੱਤੀ। ਆਪਣੇ ਘਰ ਦੇ ਜੀਆਂ ਰਾਹੀਂ ਸਿੱਖਿਆ ਦਿੱਤੀ ਸਾਨੂੰ। ਨਹੀਂ ਤੇ ਗੁਰੂ ਸਾਹਿਬ ਦਾ ਪੁੱਤਰ ਆਵੇ ਤੇ ਉਹਨਾਂ ਦੀ ਕੀ ਮਜਾਲ ਹੈ ਵੀ ਗੁਰੂ ਜੀ ਦੀ ਹਾਜ਼ਰੀ 'ਚ ਹੀ ਗੱਦੀ ਲਾ ਜਾ। ਸਿਰਫ ਇੱਕ ਮਹਾਰਾਜ ਨੇ ਫਿਲਮ ਖੇਡਣ ਦਾ ਆ, ਫਿਲਮ ਕਰ ਰਹੇ ਆ ਵੀ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜੇ।
ਸਤਿਗੁਰੂ ਅੱਗੇ ਅਰਦਾਸ ਕਰਿਓ, ਦੇਖਾ ਦੇਖੀ ਤੇ ਧੰਦੇ ਦੀ ਸਿੱਖੀ ਨਾ ਕਰੀਏ। ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਕੋਈ ਇੱਕ ਪਖੰਡੀ ਕੋ ਜਾਂਦਾ, ਉਹਨੂੰ ਵੇਖ ਕੇ ਦੂਜਾ ਵੀ ਜਾਣ ਲੱਗ ਪੈਂਦਾ, ਤੀਜਾ ਵੀ ਜਾਣ ਲੱਗ ਪੈਂਦਾ। ਪਰ ਪਿਆਰਿਓ, ਸੱਚ 'ਚ ਹਰਿਮੰਦਰ ਸਾਹਿਬ ਤੋਂ ਵੱਡਾ ਕੋਈ ਅਸਥਾਨ ਨਹੀਂ ਜੇ ਹੈਗਾ। ਹਰਿਮੰਦਰ ਸਾਹਿਬ ਤੋਂ ਉੱਤੇ ਕੁਝ ਵੀ ਨਹੀਂ ਹੈਗਾ। ਪੂਰੀ ਦੁਨੀਆ 'ਚ ਕਿਤੇ ਚਲੇ ਜਾਓ, ਹਰਿਮੰਦਰ ਸਾਹਿਬ ਤੋਂ ਉੱਤੇ ਕੁਝ ਵੀ ਨਹੀਂ ਹੈਗਾ ਜੀ। ਕੇਵਲ ਸਿੱਖ ਧਰਮ ਦੇ ਲੋਕ ਨਹੀਂ, ਹੋਰ ਧਰਮਾਂ ਦੇ ਲੋਕ ਜਿਹੜੇ ਮੈਡੀਟੇਸ਼ਨ ਕਰਦੇ ਆ, ਸਾਧਨਾ ਕਰਦੇ ਆ, ਉਹ ਇਹ ਕਹਿੰਦੇ ਆ ਕਿ ਸਭ ਤੋਂ ਜ਼ਬਰਦਸਤ ਵਾਈਬ੍ਰੇਸ਼ਨ ਜਿਹੜੀ ਹੈ ਨਾ, ਉਹ ਹਰਿਮੰਦਰ ਸਾਹਿਬ ਹੈ। ਚਲੋ ਮੈਡੀਟੇਸ਼ਨ ਕਰਨ ਵਾਲਿਆਂ ਨੂੰ, ਸਾਧਨਾ ਕਰਨ ਵਾਲਿਆਂ ਨੂੰ ਤੇ ਗਿਆਨ ਹੁੰਦਾ ਹੀ ਹੈ। ਉਂਝ ਆਮ ਬੰਦਾ ਵੀ ਚਲੇ ਜਾਏ ਨਾ, ਆਮ ਬੰਦਾ ਵੀ, ਸਿਰੇ ਦਾ ਵਕਾਰੀ ਬੰਦਾ ਵੀ ਚਲੇ ਜੇ, ਉਹ ਵੀ ਪਰਿਕਰਮਾ 'ਚ ਪੈਰ ਰੱਖੇਗਾ ਤੇ ਉਹਨੂੰ ਵੀ ਸ਼ਾਂਤੀ ਮਿਲੇਗੀ ਜੀ। ਗੁਰੂ ਮਿਹਰ ਕਰੇ ਇਹਨਾਂ ਦੁਕਾਨਾਂ ਤੋਂ ਬਚ ਕੇ ਤੇ ਹਰਿਮੰਦਰ ਸਾਹਿਬ ਨਾਲ ਜੁੜ ਗਏ। ਇਹਦੇ ਤੋਂ ਉੱਤੇ ਕੋਈ ਨਹੀਂ ਤੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਇਹਦੇ ਤੋਂ ਉੱਤੇ ਕੋਈ ਹੈ ਜੀ? ਇਹ ਤੇ ਮਹਾਰਾਜ ਆਪਣੇ ਘਰ ਵਿੱਚ ਹੀ ਕੰਮ ਕਰਾ ਕੇ ਵਿਖਾ ਰਹੇ ਵੀ ਸਿੱਖੋ, ਇਸ ਤਰ੍ਹਾਂ ਵੀ ਹੋ ਜਾਂਦਾ ਜੇ। ਸੋ ਥੋੜੇ ਟਾਈਮ 'ਚ ਲਾਈਨ ਲੱਗ ਗਈ ਜੀ, ਬਾਬੇ ਧੀਰ ਮੱਲ ਲੱਗੇ, ਇੱਕ ਆਉਣ ਲੱਗ ਪਿਆ, ਇੱਕ ਜਾਣ ਲੱਗ ਪਿਆ, ਇੱਕ ਆਉਣ ਲੱਗ ਪਿਆ, ਇੱਕ ਜਾਣ ਲੱਗ ਪਿਆ। ਲੱਖਾਂ ਲੋਕ ਤੇ ਹੈਗੇ ਸੀਗੇ ਉੱਥੇ। ਸਵਾ ਜਾਮ ਦਿਨ ਜਬ ਲੋ ਚਰਿਓ, ਬੈਠਿਓ ਆਪ ਪੁਜਾਵਨ ਕਰਿਓ। ਸਵਾ ਪਹਿਰ ਦਿਨ ਚੜੇ ਨੂੰ ਹੋ ਗਏ ਸਨ ਤੇ ਧੀਰ ਮੱਲ ਹੋਣੀ ਬੈਠੇ ਆਪਣੀ ਪੂਜਾ ਕਰਾਉਂਦੇ ਰਹੇ ਜੀ, ਚੌਰ ਕਰਾਉਂਦੇ ਰਹੇ ਆਪਣੇ ਸਿਰ ਤੇ। ਹਾਂਜੀ। ਸੰਗ ਮਸੰਦ ਜੇ ਦਰਬ ਸੰਭਾਰੈ, ਮਹਿਮਾ ਸਿੱਖਨ ਮਹਿ ਵਿਸਤਾਰੈ। ਫਿਰ ਪੜਨਾ, ਸੰਗ ਮਸੰਦ ਜੇ ਦਰਬ ਸੰਭਾਰੈ। ਉਹ ਜਿੰਨੇ ਨਾਲ ਮਸੰਦ ਹੀ ਨਾ ਜੀ, ਉਹ ਮਾਇਆ ਸਾਹਮਣ ਲੱਗ ਪਏ ਜੀ। ਉਹ ਤੇ ਸਾਰੇ ਹੈ ਹੀ ਮਾਇਆ ਦੇ ਸੀਗੇ ਜੀ। ਹਾਂਜੀ। ਮਹਿਮਾ ਸਿੱਖਨ ਮਹਿ ਵਿਸਤਾਰੈ। ਤੇ ਸੰਗਤਾਂ 'ਚ ਨਾ ਮਹਿਮਾ ਕਰਨ ਵੀ ਗੁਰੂ ਤੇ ਵੇਖੋ ਧੀਰ ਮੱਲ ਹੈ, ਧੀਰ ਮੱਲ ਵਰਗਾ ਤੇ ਮਹਾਰਾਜ ਦੀ ਹੋਰ ਕਿਸੇ ਤੇ ਖੁਸ਼ੀ ਨਹੀਂ ਹੈ ਕੀ। ਹਾਂਜੀ। ਸਤਿਗੁਰ ਦੇਹੇ ਤਿਸੈ ਗੁਰਿਆਈ। ਵੀ ਗੁਰੂ ਸਾਹਿਬ ਨੇ ਇਹਨਾਂ ਨੂੰ ਸਤਿਗੁਰੂ ਦੇ ਇਸੇ ਵਡਿਆਈ ਕਿ ਮਹਾਰਾਜ ਨੇ ਇਹਨਾਂ ਨੂੰ ਵਡਿਆਈ ਦੇਣੀ ਹੈ। ਬਹੁ ਸਨਮਾਨਤ ਲੀਨ ਬੁਲਾਈ। ਇਸੇ ਕਰਕੇ ਤੇ ਕਰਤਾਰਪੁਰ ਤੋਂ ਚੇਚਾ ਸੱਦਿਆ ਵਡਿਆਈ ਦੇਣ ਵਾਸਤੇ। ਵੱਡੇ ਪੁੱਤਰ ਕੇ ਪੁੱਤਰ ਵਡੇਰੋ। ਤੇ ਚੇਲੇ ਜਿਹੜੇ ਫਿਰ ਵਿਕ ਜਾਂਦੇ ਆ, ਉਹ ਫਿਰ ਇਹੋ ਜਿਹੀਆਂ ਗੱਲਾਂ ਕਰਦੇ। ਵੇਖੋ ਜੀ, ਵੱਡੇ ਪੁੱਤਰ ਦੇ ਵੱਡੇ ਪੁੱਤਰ ਨੇ ਮਹਾਰਾਜ ਦੇ। ਗੁਣ ਗਨ ਸਹਿਤ ਉਚਿਤ ਇਹੋ ਹੇਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ, ਗਰੀਬ ਨਵਾਜ ਜੀ ਨੇ ਇਹਨਾਂ ਨੂੰ ਗੁਰਤਾ ਗੱਦੀ ਦੇਣੀ, ਕਿਉਂ ਇਹਨਾਂ 'ਚ ਗੁਣ ਨੇ। ਸਵਾ ਪਹਿਰ ਤੱਕ ਇਹ ਕੰਮ ਚੱਲਦਾ ਰਿਹਾ ਜੀ। ਹਾਂਜੀ। ਸਵਾ ਜਾਮ ਥਿਰ ਹੋਇ ਪੁਨ ਗਇਓ, ਖਾਨ ਪਾਨ ਸਭ ਠਾਨਤ ਭਇਓ। ਫਿਰ ਧੀਰ ਮੱਲ ਜੀ ਉੱਠ ਕੇ ਤੇ ਛਕਣ ਛਕਾਉਣ ਲਈ ਚਲੇ ਗਏ। ਕਰ ਬਿਸਰਾਮ ਦੁਪਹਿਰਾ ਢਰਿਓ। ਆਰਾਮ ਕੀਤਾ ਜੀ, ਦੁਪਹਿਰ ਢਲ ਗਈ ਜੀ। ਹਾਂਜੀ। ਨਿਕਟ ਗੁਰੂ ਕਿਨ ਜਾਏ ਉਚਰਿਓ। ਹੁਣ ਸਿੱਖ ਕੀ ਕਰਨ ਫਿਰ? ਆਖੋ ਵਾਹਿਗੁਰੂ। ਵਾਹਿਗੁਰੂ। ਸਿਆਣੇ ਸਿੱਖ ਨਹੀਂ ਤੇ ਬਰਦਾਸ਼ਤ ਕਰਦੇ। ਉਹਨਾਂ ਨੂੰ ਤੇ ਭਾਈ ਮੱਖਣ ਸ਼ਾਹ ਵਾਂਗੂ ਮੂੰਹ ਵੀ ਕਾਲਾ ਕਰਨਾ ਪਵੇ ਤੇ ਕਰ ਲੈਂਦੇ, ਪਰ ਦੁਨੀਆ ਨੂੰ ਸੱਚ ਦੱਸਦੇ ਆ। ਉਹਨਾਂ ਨੇ ਨਾ ਗੁਰੂ ਸਾਹਿਬ ਦੇ ਇੱਕ ਸਿੱਖ ਮਹਾਰਾਜ ਦੇ ਕੋਲ ਗਿਆ ਜੀ। ਫਿਰ ਉਹਨੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਸਾਰੀ ਗੱਲ ਦੱਸੀ। ਧੀਰ ਮੱਲ ਮੰਜੀ ਕੋ ਲਾਏ। ਮਹਾਰਾਜ ਬਾਬਾ ਧੀਰ ਮੱਲ ਜੀ ਮੰਜੀ ਲਾ ਕੇ ਬੈਠੇ ਆ ਬਾਹਰ। ਗੁਰਿਆਈ ਕੋ ਤੌਰ ਬਣਾਏ। ਤੇ ਸਾਰੇ ਤਰੀਕੇ ਜਿਹੜੇ ਆ ਨਾ, ਉਹ ਗੁਰਿਆਈ ਵਾਲੇ ਆ। ਸੋਨਾ ਸਾਰੇ ਤਰੀਕੇ ਗੁਰਿਆਈ ਵਾਲੇ ਆ। ਸੋਨੇ ਦਾ ਚੌਰ ਕਰਾ ਰਹੇ ਆ, ਲੋਕਾਂ ਕੋ ਮੱਥਾ ਟਿਕਾ ਰਹੇ ਆ, ਪੈਸੇ ਇਕੱਠੇ ਕਰ ਰਹੇ ਆ। ਤੇ ਚੇਲੇ ਪ੍ਰਚਾਰ ਰਹੇ ਵੀ ਗੁਰੂ ਧੀਰ ਮੱਲ ਨੇ।
ਹਾਂਜੀ। ਸੁਨ ਸਤਿਗੁਰ ਕੈ ਹੋਇਓ ਸ਼ੋਭ। ਗੁਰੂ ਸਾਹਿਬ ਸੁਣ ਕੇ ਫਿਰ ਵੀਰ ਰਸ ਚ ਆਏ ਵੀ ਅਸੀਂ ਤੇਰੇ ਗੁਰਤਾ ਗੱਦੀ ਦਿੱਤੀ ਨਹੀਂ ਤੇ ਆਪੇ ਹੀ ਬਣ ਗਏ ਨੇ। ਜਾਣਿਓ ਧੀਰ ਮਲ ਵੱਡ ਲੋਭ। ਤੇ ਮਹਾਰਾਜ ਨੂੰ ਪਤਾ ਹੈ ਵੀ ਇਹ ਸਭ ਕੁਝ ਲੋਭ ਦੀ ਖੇਡ ਹੈ। ਆਖੋ ਵਾਹਿਗੁਰੂ। ਲਾਲਚ ਦੀ ਖੇਡ ਹੈ। ਲਾਲਚ ਹੀ ਬੜਾ ਕੁਝ ਕਰਾਉਂਦਾ ਹੈ। ਹਾਂਜੀ। ਬੇਮਰਜ਼ਾਦ ਕਰਤ ਇਹ ਰਹਿਓ। ਤੇ ਬੇਮਰਿਆਦਾ ਕੰਮ ਕੀਤਾ ਬਾਬੇ ਧੀਰ ਮੱਲ ਹੋਣਾ ਨੇ। ਮਹਾਰਾਜ ਨੇ ਬਚਨ ਕੀਤਾ ਸ੍ਰੀ ਗੁਰ ਗ੍ਰੰਥ ਕਪਟ ਕਰ ਲਹਿਓ। ਵੀ ਪਹਿਲਾਂ ਵੀ ਗ੍ਰੰਥ ਸਾਹਿਬ ਜੀ ਦੇ ਸਰੂਪ ਧੋਖੇ ਨਾ ਲੈ ਲਏ ਆ, ਕਪਟ ਨਾ ਲੈ ਲਏ ਆ। ਅਬ ਹੈ ਹਕਾਰਿਓ ਕਾਰਨ ਔਰ। ਤੇ ਹੁਣ ਨਵਾਂ ਹੀ ਕੰਮ ਸ਼ੁਰੂ ਕਰਤਾ। ਹਾਂਜੀ। ਬਨ ਗੁਰ ਬੈਠਿਓ ਹੈ ਇਸ ਠੌਰ। ਅਸੀਂ ਤੇ ਕਿਸੇ ਹੋਰ ਕੰਮ ਲਈ ਸੱਦਿਆ ਤੇ ਧੀਰ ਮੱਲ ਜੀ ਆਪੇ ਹੀ ਗੁਰੂ ਬਣ ਕੇ ਬਹਿ ਗਏ ਆ। ਨਿਕਟ ਦਾਸ ਕੋ ਕਹਿਓ ਸੁਨਾਏ। ਹਾਂਜੀ। ਅਬ ਕੇ ਜੇ ਬੈਠੇ ਕਿਸ ਥਾਏ। ਮਹਾਰਾਜ ਕਹਿਣ ਲੱਗੇ ਫਿਰ ਕੋਈ ਗੱਲ ਨਹੀਂ। ਹੁਣ ਜਦੋਂ ਦੂਜੀ ਵਾਰੀ ਧੀਰ ਮੱਲ ਗੱਦੀ ਲਾ ਕੇ ਬੈਠੇਗਾ ਕਰੋ ਨਿਰਾਦਰ ਦੇਹੋ ਉਠਾਏ। ਤੇ ਬਾਹ ਫੜ ਕੇ ਤੇ ਚੁੱਕ ਦਿਓ। ਮਹਾਰਾਜ ਕਹਿੰਦੇ ਉਹਨੂੰ ਠਾ ਦਿਓ। ਸਿੱਖ ਫਿਰ ਜੁਰਤ ਵਾਲਾ ਵੀ ਚਾਹੀਦਾ। ਇਹ ਨਹੀਂ ਵੀ ਗਲਤ ਅੱਗੇ ਵੀ ਜਾ ਕੇ ਹੱਥ ਜੋੜੇ ਆਖੇ ਜੀ ਤੁਸੀਂ ਇਹ ਸਾਰਾ ਕੁਝ ਜੀ ਜੋ ਵੀ ਹੈ ਤੁਸੀਂ ਹੋ। ਨਹੀਂ, ਮਹਾਰਾਜ ਕਹਿੰਦੇ ਬਾਹ ਫੜ ਕੇ ਗੱਦੀ ਤੋਂ ਠਾ ਦਿਓ ਉਹਨੂੰ। ਹਾਂਜੀ। ਪੁਰ ਤੇ ਵਹਿਰ ਕਰੋ ਸਹਸਾਏ। ਤੇ ਗੱਦੀ ਤੋਂ ਹੀ ਨਹੀਂ ਠਾਉਣਾ, ਬਾਹ ਫੜ ਕੇ ਕੀਰਤਪੁਰ ਤੋਂ ਹੀ ਬਾਹਰ ਕੱਢ ਦੇਣਾ। ਮਹਾਰਾਜ ਕਹਿਣ ਲੱਗੇ ਕੀਰਤਪੁਰ ਚੋਂ ਬਾਹਰ ਕੱਢ ਦਿਓ। ਇਮ ਦਾਸਨ ਸੋ ਹੁਕਮ ਬਖਾਨਾ। ਇਸ ਤਰ੍ਹਾਂ ਸੇਵਕਾਂ ਨੂੰ ਹੁਕਮ ਕੀਤਾ। ਰਹਿਓ ਜਾਮ ਦਿਨ ਭੇ ਸਵਧਾਨਾ। ਸਿੱਖ ਫਿਰ ਤਿਆਰ ਹੋ ਗਏ ਜੀ। ਕਮੇਟੀ ਬਣ ਗਈ, ਤਿਆਰ ਹੋ ਗਏ ਜੀ ਉਹ ਸਾਰੇ ਵੀ ਅੱਜ ਇਹਨੂੰ ਰਹਿਣ ਨਹੀਂ ਦੇਣਾ ਸ਼ਾਮ ਤੱਕ। ਹਾਂਜੀ। ਧੀਰ ਮਲ ਪ੍ਰਾਤੀ ਜਿਮ ਬੈਸਾ। ਤੇ ਬਾਬਾ ਧੀਰ ਮੱਲ ਜਿਵੇਂ ਸਵੇਰ ਦਾ ਦੀਵਾਨ ਲਾਇਆ ਸੀ ਉਵੇਂ ਸ਼ਾਮ ਦਾ ਵੀ ਲਾਉਣ ਲੱਗੇ ਜੀ। ਸਜ ਤਨ ਬੇਸ ਬਣਾਇਓ ਤੈਸਾ। ਤੇ ਬਹੁਤਾ ਹੀ ਨਾਲ ਸੱਜ ਧੱਜ ਕੇ ਉਹੋ ਜਿਹਾ ਭੇਖ ਬਣਾ ਕੇ ਤੇ ਐ ਟੌਰ ਟਪੱਕਾ ਕੱਢ ਕੇ ਪੱਗ ਬੰਨ ਕੇ ਚੋਲਾ ਪਾ ਕੇ ਕਲਗੀ ਲਾ ਕੇ ਬੈਠ ਗਏ। ਦੇਸੀ ਥਾਨ ਪਰ ਬੈਠਿਓ ਆਨ। ਉਸੇ ਤਰ੍ਹਾਂ ਹੀ ਉਹ ਮੰਜੇ ਉੱਤੇ ਆ ਕੇ ਬੈਠ ਗਏ। ਬੜ ਮਸਨੰਦ ਡਸਾਵਨ ਥਾਨ। ਵੱਡਾ ਮੰਜਾ ਡਵਾਇਆ, ਮੋਟੇ ਮੋਟੇ ਪਾਵੇ ਤੇ ਚੰਦੋਆ ਲੱਗਾ। ਆ ਕੇ ਬੈਠ ਗਏ। ਨਿਜ ਪਰ ਚਮਰ ਫਿਰਾਵਨ ਕਰਹੀ। ਜਦੋਂ ਟੌਰ ਨਾ ਆ ਕੇ ਬੈਠੇ ਤੇ ਉਹਨਾਂ ਦਾ ਹੀ ਚੇਲਾ ਚੌਰ ਕਰਨ ਲੱਗਾ। ਲੋਭ ਦਰਬ ਕੋ ਦੀਰਘ ਧਰਹੀ। ਹੁਣ ਮਨ ਵਿੱਚ ਤਾਂ ਇਹੋ ਹੀ ਹੈ ਨਾ, ਪੰਡਤ ਭੁੱਲ ਭੁੱਲ ਮਾਇਆ ਦੇਖਦਾ, ਡਿੱਠਾ ਕਿੰਨੇ ਕਿਹੋ ਆਨ ਚੜਾਇਆ। ਇਹ ਵੇਖਦੇ ਆ ਧੀਰ ਮੱਲ ਜੀ ਵੀ ਕਿੰਨੇ ਕੀ ਕੀ ਚੜਾਇਆ ਆ ਕੇ। ਹਾਂਜੀ। ਹਿਰਦੈ ਪ੍ਰਮੋਦਿਤ ਮੈਂ ਗੁਰ ਬਨਿਓ। ਮਨ 'ਚ ਖੁਸ਼ੀ ਵੀ ਸ਼ਾਇਦ ਮੈਂ ਗੁਰੂ ਬਣ ਗਿਆ। ਕਈ ਵਾਰੀ ਨਾ ਐਕਟਿੰਗ ਕਰਦਾ ਕਰਦਾ ਬੰਦਾ ਆਪਣੇ ਆਪ ਨੂੰ ਸੱਚੀ ਦਾ ਹੀ ਸਮਝਣ ਲੱਗ ਪੈਂਦਾ। ਸੰਤ ਦੀ ਐਕਟਿੰਗ ਕਰਦਾ ਕਰਦਾ ਆਪਣੇ ਆਪ ਨੂੰ ਸੰਤ ਹੀ ਸਮਝ ਬੈਠਦਾ ਬੰਦਾ ਜੀ। ਬਾਬਾ ਧੀਰ ਮੱਲ ਜੀ ਸੋਚਦੇ ਵੀ ਸ਼ਾਇਦ ਮੈਂ ਵਾਕਈ ਗੁਰੂ ਬਣ ਗਿਆ ਹਾਂ। ਸਭ ਸੰਗਤ ਮਹਿ ਜੇ ਅਬ ਮੰਨਿਓ। ਵੀ ਸਾਰੀ ਸੰਗਤ ਨੇ ਹੁਣ ਮੰਨ ਲਿਆ। ਹਾਂਜੀ। ਬਾਹਰ ਨਾ ਮੇਰੀ ਪੂਜਾ ਜਾਏ। ਹੁਣ ਤਾਂ ਮੇਰੀ ਪੂਜਾ ਪੱਕੀ ਹੈ। ਚਾਹੋਂ ਦਿਸ਼ ਕੇ ਸਿੱਖ ਪਿਕ ਸਮੁਦਾਏ। ਵਿਚਾਰੇ ਪਾਸੇ ਦੇ ਲੋਕਾਂ ਨੇ ਵੇਖ ਲਿਆ। ਸਰਬੱਤ ਖਾਲਸਾ ਮਹਾਰਾਜ ਨੇ ਸੱਦਿਆ। ਇਸ ਤੇ ਆਦਿਕ ਹਿਰਦੈ ਵਿਚਾਰਤ। ਇਸ ਤਰੀਕੇ ਦੀਆਂ ਗੱਲਾਂ ਉਸ ਮੰਜੀ ਦੇ ਉੱਤੇ ਬੈਠਿਆਂ ਆਪਣੇ ਮਨ 'ਚ ਹੀ ਸੋਚਣ ਦਾ ਸੀ ਅਜੇ। ਅਨੇਕ ਵਿਧਨ ਕੇ ਦੰਭ ਪਸਾਰਤ। ਤੇ ਕਿਸੇ ਨੂੰ ਕੁਝ ਦੇਣ, ਕਿਸੇ ਨੂੰ ਕੁਝ ਦੇਣ, ਅਨੇਕ ਤਰ੍ਹਾਂ ਦੇ ਪਖੰਡ ਹੋ ਰਹੇ ਸੀਗੇ। ਇਤਨੇ ਮਹਿ ਸਤਿਗੁਰ ਕੇ ਦਾਸ। ਇੰਨੇ ਚਿਰ ਨੂੰ ਫਿਰ ਸਤਕਾਰ ਕਮੇਟੀ ਪਹੁੰਚ ਗਈ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਪਹੁੰਚ ਕੇ ਮਹਾਰਾਜ ਦੇ ਸਿੱਖ ਜੀ ਫਿਰ ਬੈਠਿਓ ਸੁਨ ਪਹੁੰਚੇ ਤਿਸ ਪਾਸ। ਉਹਨਾਂ ਨੂੰ ਪਤਾ ਲੱਗ ਗਿਆ ਵੀ ਧੀਰ ਮੱਲ ਬਹਿ ਗਿਆ ਤੇ ਪੂਰਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸੰਗ ਮਸੰਦ ਅਪਰ ਨਰ ਜੇਈ। ਤੇ ਨਾਲ ਕੁਝ ਉਹਨਾਂ ਨੇ ਚੇਲੇ ਚਾਟੜੇ ਵੀ ਲਾਏ ਹੋਏ ਆ।
ਹਾਂਜੀ ਦਈਗਾਰ ਅਰ ਮਾਰੇ ਤੇਈ। ਪਹੁੰਚ ਗਏ ਜੀ ਫਿਰ ਸਿੱਖ ਉੱਥੇ, ਤੇ ਫਿਰ ਚੇਲੇ ਚਾਟੜਿਆਂ ਨੂੰ ਕਿਸੇ ਨੇ ਕੋਈ ਫੜ ਲਿਆ, ਕਿਸੇ ਨੇ ਕੋਈ ਫੜ ਲਿਆ, ਨਾਲੇ ਤੇ ਗਾਲਾਂ ਕੱਢੀਆਂ ਜੀ, ਤੇ ਨਾਲੇ ਮਾਰਿਆ ਵੀ ਜੀ। ਕਈ ਕਹਿਣਗੇ ਗਿਆਨੀ ਜੀ ਤੁਸੀਂ ਗਾਲਾਂ ਦੀ ਗੱਲ ਕਿਉਂ ਕਰਦੇ ਜੀ? ਮੈਂ ਗਾਲਾਂ ਦੇ ਹੱਕ 'ਚ ਨਹੀਂ, ਪਰ ਚੇਤਾ ਰੱਖਿਓ ਇਹ ਬੰਦੇ ਪ੍ਰੇਮ ਦੀ ਭਾਸ਼ਾ ਸਮਝਣ ਵਾਲੇ ਨਹੀਂ ਹੈਗੇ ਜੀ। ਕਿਤੇ ਸਿੱਖ ਇਹਨਾਂ ਅੱਗੇ ਹੱਥ ਜੋੜ ਦਿੰਦੇ ਤੇ ਨਾ ਹਟ ਜਾਣਾ ਸੀਗਾ ਜੀ, ਇਹਨਾਂ ਕਦੀ ਨਹੀਂ ਹਟਣਾ ਜੀ। ਬਸ ਫੜ ਲਿਆ ਤੇ ਫਿਰ ਸਾਧ ਸੰਗਤ ਜੀ ਇਹਨਾਂ ਦਾ ਸੋਧਾ ਲੱਗਣਾ ਸ਼ੁਰੂ ਹੋਇਆ। ਕਿਤਕ ਕੀ ਪਗੜੀ ਗਿਰ ਗਈ। ਕਈ ਚੇਲਿਆਂ ਦੀਆਂ ਤੇ ਪਗੜੀਆਂ ਜਿਹੜੀਆਂ ਨੇ ਉਹ ਡਿੱਗ ਗਈਆਂ ਲੱਥ ਕੇ। ਕਿਤਕ ਪਲਾਏ ਗਏ ਤਿਸ ਘਰੀ। ਇਹੋ ਜਿਹੇ ਬੰਦਿਆਂ 'ਚ ਜਾਨ ਥੋੜੀ ਹੁੰਦੀ ਹੈ। ਖਲੋਂਦਾ ਤੇ ਸੱਚਾ ਸੂਰਮਾ ਹੈ। ਉਹ ਫਿਰ ਕਈ ਜਿਹੜੇ ਆ ਉਹ ਭੱਜ ਹੀ ਗਏ, ਲਾਗੇ ਹੀ ਨਹੀਂ ਆਏ। ਸ਼ੀਨ ਚਮਰ ਕੋ ਦਇਓ ਬਗਾਏ। ਉਹ ਜਿਹੜਾ ਸੋਨੇ ਦਾ ਚੌਰ ਕਰਨ ਦਿਆ ਸੀ ਨਾ ਇਹਦਾ ਚੇਲਾ, ਇੱਕ ਸਿੱਖ ਨੇ ਉਹ ਚੌਰ ਫੜ ਕੇ ਖੋਹ ਕੇ ਭਵਾ ਕੇ ਪਰਾਂ ਮਾਰਿਆ ਵੀ ਤੇਰੇ ਕੋਲੋਂ ਘਰਾਉਨੇ ਆ ਚੌਰ। ਹਾਂਜੀ ਦੂਰ ਕਰਿਓ ਉਪਧਾਨ ਉਠਾਏ। ਇੱਕ ਨੇ ਫੜ ਕੇ ਸਰਾਣਾ ਤੇ ਭਵਾ ਕੇ ਬਾਹਰ ਮਾਰਿਆ। ਤਰਜ ਤਰਜ ਬਹੁ ਵਰਜਨ ਕਰੀ। ਤੇ ਤਾੜਨਾ ਕਰਕੇ ਬੜਾ ਹੀ ਵਰਜਿਆ, ਬਹੁਤ ਰੋਕਿਆ। ਮਰਾ ਕਿਤਕ ਜਨ ਕੇ ਕਰ ਧਰੇ। ਤੇ ਕਈ ਮਨੁੱਖਾਂ ਨੂੰ ਤੇ ਕੁੱਟ ਵੀ ਪੈ ਗਈ ਨਾ ਉੱਥੇ, ਵੀ ਸਤਿਗੁਰੂ ਜੀ ਦੇ ਹੁੰਦਿਆਂ ਪਖੰਡ ਕਰਨ ਦੇ ਵੀ ਅਸੀਂ ਗੁਰੂ ਹੈਗੇ, ਅਸੀਂ ਗੁਰੂ ਹੈਗੇ। ਹਾਂਜੀ ਸਤਿਗੁਰ ਅਸ਼ਤ ਆਪ ਬਨ ਬੈਠੇ। ਉਹ ਗੁਰੂ ਦੇ ਸਿੱਖ ਕਹਿੰਦੇ ਮਹਾਰਾਜ ਦੇ ਹੁੰਦਿਆਂ ਸੁਣਦਿਆਂ ਆਪੇ ਹੀ ਗੁਰੂ ਬਣ ਕੇ ਬਹਿ ਗਏ ਨੇ ਇਹ। ਠੱਗੋ ਸਿੱਖ ਹਿਤ ਦਰਬ ਇਕੱਠੈ। ਠੱਗੋ ਸਿੱਖ ਹਿਤ ਦਰਬ ਇਕੱਠੈ। ਉਹ ਠੱਗੋ ਮਾਇਆ ਇਕੱਠੀ ਕਰਨ ਲਈ ਇੱਥੇ ਬਹਿ ਗਏ ਤੇ ਠੱਗਣ ਦੇ ਤੇ ਦੁਨੀਆ ਨੂੰ। ਅੱਜ ਵੀ ਬੜੇ ਠੱਗ ਹਨ, ਆਖੋ ਵਾਹਿਗੁਰੂ। ਕੋਈ ਕਹਿੰਦਾ ਕੁਛ ਤੇ ਕੋਈ ਕਹਿੰਦਾ ਕੁਛ, ਵੀ ਮੈਂ ਰੱਬ ਨੂੰ ਪਾ ਲਿਆ। ਹਾਂਜੀ ਮਹਾਰਾਜ ਕਹਿੰਦੇ ਜਾਣਨ ਹਾਰ ਨਾ ਛਾਨਾ ਰੇ। ਜਿਹੜੇ ਪਾ ਲੈਂਦੇ ਉਹ ਰੌਲਾ ਨਹੀਂ ਪਾਉਂਦੇ ਫਿਰਦੇ, ਰੌਲਾ ਨਹੀਂ ਪਾਉਂਦੇ ਫਿਰਦੇ। ਪਰ ਮਾਫ ਕਰਿਓ ਇਹ ਝੂਠ ਦੀਆਂ ਦੁਕਾਨਾਂ ਸਾਡੇ ਬੰਦਿਆਂ ਦੇ ਸਿਰਾਂ ਤੇ ਚੱਲਦੀਆਂ ਨੇ। ਸਾਰਾ ਪੰਥ ਜੁੜੇ ਹਾਂ ਹਰਮੰਦਰ ਸਾਹਿਬ, ਤਖਤਾਂ ਤੇ ਜੁੜੇ, ਗੁਰੂ ਘਰਾਂ 'ਚ ਜੁੜੇ, ਇੱਧਰ ਉੱਧਰ ਨਾ ਜਾਵੇ ਤੇ ਕਿੰਨਾ ਭਲਾ ਹੋਵੇ ਜੀ ਦੁਨੀਆ ਦਾ। ਹਾਂਜੀ ਸਤਿਗੁਰ ਅਸ਼ਤ ਆਪ ਬਨ ਬੈਠੇ। ਠੱਗੋ ਸਿੱਖ ਹਿਤ ਦਰਬ ਇਕੱਠੇ। ਠੱਗੋ ਠੱਗਣ ਦੇ ਤੇ ਸਿੱਖਾਂ ਕੋਲੋਂ ਮਾਇਆ। ਬਾਹਰ ਜੇ ਬੈਠੋ ਕਰੋ ਪਖੰਡ। ਫੇਰ ਜੇ ਇੱਥੇ ਬੈਠੇ ਵੇਖ ਲਿਆ ਨਾ, ਪਖੰਡ ਕਰਦਿਆਂ ਵੇਖ ਲਿਆ, ਮੁਸ਼ਕਾਂ ਬਾਂਧ ਦੇਹ ਬਹੁ ਦੰਡ। ਤੁਹਾਡੀਆਂ ਮੁਸ਼ਕਾਂ ਬੰਨ ਕੇ ਤੁਹਾਨੂੰ ਕੁੱਟਾਂਗੇ, ਮੁਸ਼ਕਾਂ ਬੰਨ ਕੇ ਕੁੱਟਾਂਗੇ। ਕਿਉਂਕਿ ਜੇ ਕੋਈ ਪਖੰਡੀ ਪਖੰਡ ਕਰਦਾ ਤੇ ਸਤਕਾਰ ਕਮੇਟੀ ਵਾਲੇ ਸੋਧਾ ਲਾ ਦਿੰਦੇ ਨਾ ਉਹਨੂੰ, ਤੇ ਸਾਡੇ ਵਰਗੇ ਬੋਲ ਦਿੰਦੇ ਜੀ ਬੜਾ ਗਲਤ ਕੀਤਾ, ਬੜਾ ਗਲਤ ਕੀਤਾ। ਨਹੀਂ ਸਾਧ ਸੰਗਤ ਜੀ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਦੇ। ਉਹ ਕਹਿੰਦੇ ਵੀ ਜੇ ਬਾਅਦ ਚੋਂ ਕੀਤਾ ਤੇ ਮੁਸ਼ਕਾਂ ਬੰਨ ਕੇ ਕੁੱਟਾਂਗੇ। ਗੁਰੂ ਹੁਕਮ ਗੁਰੂ ਕੋ ਮਿਟ ਹੈ ਨਾਹੀ। ਇਹ ਗੁਰੂ ਸਾਹਿਬ ਦਾ ਹੁਕਮ ਜੇ, ਇਹ ਹੁਣ ਮਿਟੇਗਾ ਨਹੀਂ। ਸੰਕਟ ਸਹੋ ਕੈਦ ਕੇ ਮਾਹੀ। ਕੈਦ ਕਰ ਲਾਂਗੇ, ਛੱਡਾਂਗੇ ਨਹੀਂ। ਇਤਿਆਦਿਕ ਬਹੁ ਕਰ ਅਪਮਾਨਾ। ਇਸ ਤਰੀਕੇ ਨਾਲ ਬੜਾ ਉਹਨਾਂ ਦਾ ਅਪਮਾਨ ਕੀਤਾ। ਧੀਰ ਮਲ ਸੋ ਬਹੁਰ ਬਖਾਨਾ। ਤੇ ਧੀਰ ਮਲ ਨੂੰ ਇਹ ਗੱਲ ਕਹਿ ਦਿੱਤੀ, ਜੇ ਨਿਜ ਭਲਾ ਚਾਹੋ ਚੜ ਜਾ। ਵੀ ਅਸੀਂ ਤੈਨੂੰ ਕੁੱਟਦੇ ਚੰਗੇ ਨਹੀਂ ਲੱਗਦੇ, ਤੂੰ ਸਾਡੇ ਸਤਿਗੁਰੂ ਦਾ ਪੁੱਤਰ ਹੈ। ਤੇ ਜੇ ਆਪਣਾ ਭਲਾ ਚਾਹੁੰਦਾ ਹੈ ਤਾਂ ਚੁੱਪ ਕਰਕੇ ਘੋੜੇ ਤੇ ਚੜ ਜਾ। ਨਤ ਅਪਮਾਨ ਕਸ਼ਟ ਕੋ ਪਾਵੋ। ਤੇ ਵਾਪਸ ਚਲੇ ਜਾ, ਨਹੀਂ ਤੇ ਤੇਰੀ ਵੀ ਬੇਇੱਜ਼ਤੀ ਹੋਏਗੀ। ਹਾਂਜੀ ਹੁਕਮ ਗੁਰੂ ਕੋ ਥਿਰ ਨਹਿ ਰਹੀਐ। ਗੁਰੂ ਦਾ ਹੁਕਮ ਹੈ, ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਤੂੰ ਕੀਰਤਪੁਰ ਸਾਹਿਬ 'ਚ ਨਹੀਂ ਰਹਿ ਸਕਦਾ। ਅਬ ਹੀ ਉਠ ਮਾਰਗ ਕੋ ਲਹੀਐ। ਹੁਣੇ ਹੀ ਉੱਠ ਜਾ ਤੇ ਰਸਤੇ ਪੈ ਜਾ। ਇਸ ਤਰ੍ਹਾਂ ਬਾਬੇ ਧੀਰ ਮੱਲ ਨੂੰ ਤੁਰਾਇਆ। ਇਹ ਕੰਮ ਕਰਨਾ ਬੜਾ ਜ਼ਰੂਰੀ ਸੀਗਾ। ਜੇ ਮਹਾਰਾਜ ਇਹ ਚੋਜ ਨਾ ਵਰਤਾਉਂਦੇ ਤੇ ਬਾਬੇ ਧੀਰ ਮੱਲ ਹੋਣਾ ਆਪਣੇ ਆਪ ਨੂੰ ਗੁਰੂ ਹੀ ਅਖਵਾਉਣਾ ਸੀਗਾ ਵੀ ਸਤਵਾਂ ਗੁਰੂ ਮੈਂ ਆ। ਇਹ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜੀ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਸੱਦਿਆ, ਸਾਰਾ ਕਾਰਨ ਆਪ ਹੀ ਬਣਾਇਆ ਜੀ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਮਹਾਰਾਜ ਸਾਰਾ ਕੁਝ ਪੂਰਾ ਹੀ ਕਰਦੇ ਆ ਸਾਧ ਸੰਗਤ ਜੀ। ਗੁਰੂ ਜੀ ਦੇ ਬਚਨ ਕਦੀ ਅਧੂਰੇ ਨਹੀਂ ਰਹਿੰਦੇ। ਸੋ ਗੁਰੂ ਸਾਹਿਬ ਕਿਰਪਾ ਕਰਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੀ ਕਲਾ ਵਰਤਾਉਂਦੇ ਆ, ਇਹ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸੱਚੇ ਗੁਰੂ ਦਾ ਲੜ ਫੜੋ, ਇੱਧਰ ਉੱਧਰ ਜਾਣਾ ਬੰਦ ਕਰੋ। ਗੁਰੂ ਜੀ ਦੇ ਚਰਨਾਂ ਵਿੱਚ ਆਓ, ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੁੱਖ ਮਿਲੇਗਾ। ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਗੁਰੂ ਤੋਂ ਮੁਕਤੀ ਨਹੀਂ ਹੁੰਦੀ। ਸੱਚਾ ਗੁਰੂ ਡੁੱਬਦਿਆਂ ਨੂੰ ਵੀ ਕੱਢ ਲੈਂਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਡੁੱਬਦਿਆਂ ਨੂੰ ਵੀ ਕੱਢ ਲੈਂਦੇ ਹੈ। ਸੋ ਗੁਰੂ ਸਾਹਿਬ ਮਿਹਰ ਕਰਨ। ਸਭ ਸੰਗਤ ਨੂੰ ਜੀ ਆਇਆਂ ਨੂੰ। ਭਾਈ ਜਗਤਾਰ ਸਿੰਘ ਜੀ ਆਏ ਹਨ, ਬਨਾਰਸ ਯੂਨੀਵਰਸਿਟੀ ਦੇ ਵਿੱਚ ਸਾਧ ਸੰਗਤ ਜੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਉੱਤੇ PhD ਕਰ ਰਹੇ ਹਨ। ਬਹੁਤ ਖੁਸ਼ੀ ਹੋਈ ਹੈ, ਪਰਿਵਾਰ ਸਮੇਤ ਆਏ ਹਨ। ਜੀ ਆਇਆਂ ਨੂੰ। ਸੱਚੇ ਪਾਤਸ਼ਾਹ ਬਲ ਬਖਸ਼ਣ, ਖੂਬ ਉੱਚੀ ਪੜ੍ਹਾਈ ਕਰਨ, ਕਿਉਂਕਿ ਮਹਾਰਾਜ ਉੱਤੇ PhD ਗੁਰੂ ਸਾਹਿਬ ਦੇ ਜੀਵਨ ਉੱਤੇ ਕਰਨੀ ਤਾਂ ਜ਼ਰੂਰੀ ਹੈ। ਸਾਡੇ ਵਾਲਿਆਂ ਤੇ ਕਮੀ ਨਹੀਂ ਛੱਡੀ ਕੋਈ ਜੀ। ਮਹਾਰਾਜ ਨੂੰ ਟੈਰਰਿਸਟ ਤੱਕ ਲਿਖ ਦਿੱਤਾ ਵੀ ਆਤੰਕਵਾਦੀ ਸਨ। ਤੇ ਸ਼ਰਧਾ ਵਾਲੇ ਸਿੱਖ ਹੋਣਗੇ, ਉਹ ਸ਼ਰਧਾ ਵਾਲੇ ਬਚਨ ਗੁਰੂ ਜੀ ਦੇ ਜੀਵਨ ਚੋਂ ਕੱਢ ਕੱਢ ਕੇ ਪੁਸਤਕਾਂ ਵਿੱਚ ਲਿਖਣਗੇ, ਤੇ ਪੜ੍ਹਨ ਵਾਲਿਆਂ ਦੇ ਜੀਵਨ ਵਿੱਚ ਵੀ ਫਿਰ ਸ਼ਰਧਾ ਭਾਵਨਾ ਆਏਗੀ। ਮਹਾਰਾਜ ਜੀ ਕਿਰਪਾ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੁਰਮੰਤਰ ਦਾ ਜਾਪ ਕਰੋ, ਫਿਰ ਖਿਮਾ ਮੰਗੀਏ। ਵਾਹਿਗੁਰੂ ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। 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 ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ।
ਜਿਵੇਂ ਬਾਬਾ ਧੀਰ ਮੱਲ ਜੀ ਦਾ ਤੁਸੀਂ ਪ੍ਰਸੰਗ ਸੁਣਿਆ, ਬਾਬਾ ਧੀਰ ਮੱਲ ਜੀ 'ਚ ਕੋਈ ਕਮੀ ਨਹੀਂ ਹੈਗੀ ਜੀ। ਗੁਰੂ ਸਾਹਿਬ ਦੇ ਪੋਤਰੇ ਹਨ। ਮਹਾਰਾਜ ਆਪ ਆਪਣੇ ਘਰ 'ਚ ਵਰਤਾ ਕੇ ਸਾਨੂੰ ਦੱਸ ਰਹੇ ਵੀ ਸਿੱਖੋ, ਨਕਲੀ ਵੀ ਬੜੇ ਬਣਨਗੇ, ਪਰ ਨਕਲੀ ਦਾ ਵਿਰੋਧ ਕਰਕੇ ਅਸਲੀ ਦੇ ਚਰਨਾਂ ਨਾਲ ਹੀ ਜੁੜਨਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।